सतगुरु के प्यारियो गावो सच्ची बाणी। बाणी तां गावो गुरु केरी, बाणियां सिर बाणी। जिनको नदर कर्म हुवै, हृदय तिना समाणी। पीवो अमृत सदा रहो हर रंग, जप्यो सारंग पाणी। कह नानक सदा गावो, एह सच्ची बाणी। एक ओंकार सतनाम करता पुरख, निरभौ निर्वैर अकाल मूरत। आजूनी सैभं गुर प्रसाद, सोही महला पहला घर दूजा। अंतर वसै ना बाहर जाए, अमृत छोड़ काहे बिख खाए। अंतर वसै न बाहर जाए, अमृत छोड़ काहे बिख खाए। ऐसा ज्ञान जपो मन मेरे, होवो चाकर साचे केरे। ऐसा ज्ञान जपो मन मेरे, होवो चाकर साचे केरे। रहाओ ज्ञान ध्यान सब कोई रवै, बांधन बांधिया सब जग भवैं। सेवा करे सेवा करे सो चाकर होए, जल थल महियल रव रहया सोए। हम नहीं चंगे बुरा नहीं कोए, प्रणवत नानक तारे सोए। हम नहीं चंगे बुरा नहीं कोए, प्रणवत नानक तारे सोए। परम सन्मानयोग धन धन शब्द गुरु श्री गुरु ग्रंथ साहब जी की पावन पवित्र गोद विच जुड़ बैठी गुरु प्यारी साध संगत जीओ। सतगुरु धन श्री गुरु ग्रंथ साहब जी की पावन बाणी का कीर्तन सत्कारयोग भाई साहब होना के जथे पासों आप जी ने बहुत प्यार नाल श्रवण किया है। धन गुरु ग्रंथ साहब महाराज जी के पहले प्रकाश पुरब नूं समर्पित रखे हुए इन्हां गुरमत समागमां दे विच पहले दीवान की आपां बड़े प्यार नाल हाज़री भर रहे हाँ। सिख धर्म के बानी धन गुरु नानक साहिब सच्चे पातशाह महाराज जी जिन्हां दी रसना तो उचारण किए हुए शब्द का आपां बहुत प्यार नाल पाठ सरवण किया है। ये पावन शब्द गुरु नानक साहब जी की रसना तो उचारण किया होया राग सूही विच गुरु ग्रंथ साहब जी के पावन अंक 728 के उपर सुभाईमान है।
ਗੁਰਦੇਵ ਜੀ ਦੇ ਇਹਨਾਂ ਮੂਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਉਪਦੇਸ਼ ਦਿੱਤਾ ਹੈ, ਜੋ ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ, ਮਨੁੱਖ ਆਪਣੀ ਜ਼ਿੰਦਗੀ ਵਿੱਚ ਗਿਆਨ ਪ੍ਰਾਪਤ ਕਰਕੇ ਕਿਵੇਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਂਦਾ ਹੈ, ਕਿੱਦਾਂ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਹੈ, ਇਹ ਪ੍ਰੇਰਨਾ ਸਤਿਗੁਰੂ ਜੀ ਨੇ ਇਸ ਸ਼ਬਦ ਦੁਆਰਾ ਸਾਨੂੰ ਬਖਸ਼ਿਸ਼ ਕੀਤੀ ਹੈ। ਇਹ ਗੱਲ ਦਾ ਖਿਆਲ ਰੱਖਣਾ, ਦੁਨੀਆ ਅੰਦਰ ਗਿਆਨ ਕਈ ਕਿਸਮ ਦਾ ਹੁੰਦਾ ਹੈ। ਜ਼ਿੰਦਗੀ ਨੂੰ ਸਵਾਰਨ ਵਾਲਾ ਵੀ ਗਿਆਨ ਹੁੰਦਾ ਹੈ, ਜ਼ਿੰਦਗੀ ਨੂੰ ਵਿਗਾੜਨ ਵਾਲਾ ਵੀ ਗਿਆਨ ਹੁੰਦਾ ਹੈ। ਅਸੀਂ ਵੇਖਣਾ ਹੈ ਕਿ ਅਸੀਂ ਕਿਹੜਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਹੈ। ਅੱਗ ਘਰ ਦੇ ਵਿੱਚ ਬਲਦੀ ਹੈ। ਸਵੇਰੇ ਉੱਠਦਿਆਂ ਸਾਰ ਜਦੋਂ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ, ਸਾਡੇ ਕਿਚਨ 'ਚ, ਸਾਡੀ ਰਸੋਈ 'ਚ ਅੱਗ ਬਲਦੀ ਹੈ। ਅੱਗ ਤੋਂ ਬਿਨਾਂ ਗੁਜ਼ਾਰਾ ਨਹੀਂ। ਰਾਤ ਸੌਣ ਤੱਕ ਸਾਡੇ ਘਰ 'ਚ ਅੱਗ ਬਲਦੀ ਹੈ, ਤਾਂ ਹੀ ਭੋਜਨ ਪੱਕਦਾ ਹੈ। ਕਾਰਖਾਨਿਆਂ 'ਚ ਅੱਗ ਬਲਦੀ ਹੈ। ਗੱਡੀ ਵਿੱਚ ਪੈਟਰੋਲ ਡੀਜ਼ਲ ਨੂੰ ਅੱਗ ਨਾ ਲੱਗੇ ਤਾਂ ਅਸੀਂ ਸਫ਼ਰ ਤੈਅ ਨਹੀਂ ਕਰ ਸਕਦੇ। ਪਰ ਉਹ ਅੱਗ ਲਿਮਟ ਵਿੱਚ ਹੈ, ਉਹ ਅੱਗ ਕੰਟਰੋਲ ਵਿੱਚ ਹੈ। ਅੱਗ ਕੰਟਰੋਲ ਵਿੱਚ ਹੈ, ਤੁਹਾਡੇ ਪੇਟ ਦੀ ਅੱਗ ਬੁਝਾਏਗੀ, ਤੁਹਾਨੂੰ ਰੁਜ਼ਗਾਰ ਦੇਵੇਗੀ, ਤੁਹਾਡਾ ਸਫ਼ਰ ਤੈਅ ਕਰੇਗੀ। ਪਰ ਜੇ ਉਹ ਅੱਗ ਕੰਟਰੋਲ ਤੋਂ ਬਾਹਰ ਹੋ ਜਾਏ ਤਾਂ ਤੁਹਾਨੂੰ ਘਰੋਂ ਤਬਾਹ ਵੀ ਕਰ ਸਕਦੀ ਹੈ, ਬਰਬਾਦ ਵੀ ਕਰ ਸਕਦੀ ਹੈ, ਮਨੁੱਖ ਨੂੰ ਰੋਡ 'ਤੇ ਵੀ ਲਿਆ ਸਕਦੀ ਹੈ। ਇਹਦਾ ਮਤਲਬ ਹੈ ਉਹਨੂੰ ਵੀ ਅੱਗ ਕਵਾਂਗੇ ਅਤੇ ਉਹਨੂੰ ਵੀ ਅੱਗ ਕਵਾਂਗੇ, ਪਰ ਅੱਗ 'ਚ ਫਰਕ ਹੈ। ਇੱਕ ਪਾਣੀ ਪੀਏ, ਜ਼ਿੰਦਗੀ ਵਿੱਚ ਜਾਨ ਆਉਂਦੀ ਹੈ। ਜਿਹਨੂੰ ਬਾਣੀ 'ਚ ਲਿਖਿਆ, ਪਹਿਲਾ ਪਾਣੀ ਜਿਉ ਹੈ ਜੇ ਧਰਿਆ ਸਭ ਕੋਏ। ਪਰ ਇੱਕ ਪਾਣੀ ਜਿਹੜਾ ਗੰਦੇ ਨਾਲੇ ਵਿੱਚ ਵਹਿ ਰਿਹਾ ਹੈ, ਇਹ ਵੀ ਪਾਣੀ ਹੈ। ਇਹ ਪੀ ਕੇ ਤੇ ਮਨੁੱਖ ਜ਼ਿੰਦਗੀ ਵਿੱਚ ਹਰਿਆ ਨਹੀਂ ਨਾ ਹੋ ਸਕਦਾ। ਪੁਰਾ ਅਤੇ ਪਛੂ, ਇਹ ਦੋ ਸ਼ਬਦ ਆਮ ਬੋਲਦੇ ਨੇ ਜਿਹੜੇ ਠੇਠ ਪੰਜਾਬੀ ਬੰਦੇ ਨੇ, ਉਹਨਾਂ ਨੂੰ ਪਤਾ ਪੁਰਾ ਅਤੇ ਪਛੂ ਹੈਗੀ ਦੋਵੇਂ ਪਾਸੇ ਹਵਾ ਹੀ ਹੈ। ਇੱਕ ਪਾਸਿਓਂ ਹਵਾ ਵਗੇ ਤੇ ਕਹਿੰਦੇ ਬੱਦਲ ਆ ਜਾਣੇ ਨੇ, ਦੂਜੇ ਬੰਨੇ ਹਵਾ ਵਗੇ ਕਹਿੰਦੇ ਨੇ ਬੱਦਲ ਉਡਾ ਕੇ ਲੈ ਜਾਣੇ ਨੇ। ਵੀ ਹਵਾ ਹੈ, ਹਵਾ ਹੀ ਹੈ। ਇੱਕ ਬੰਨੇ ਹਵਾ ਵਗਦੀ ਹੈ ਅਤੇ ਸੰਕੇਤ ਹੁੰਦਾ ਵੀ ਪੱਕੀ ਗੱਲ ਹੈ, ਹੁਣ ਬਾਰਿਸ਼ ਹੋ ਜਾਣੀ ਹੈ, ਜੇ ਹਿਸਾਬ ਨਾਲ ਹਵਾ ਵਗ ਰਹੀ ਹੈ। ਜੇ ਦੂਜੇ ਬੰਨੇ ਹਵਾ ਵਗਣ ਲੱਗ ਪਏ ਤਾਂ ਫਿਰ ਆਪਾਂ ਕਹਿੰਦੇ ਲੈ ਹੁਣ ਬੱਦਲ ਜਿੰਨਾ ਬਣਿਆ ਸੀ ਸਾਰਾ ਹਵਾ ਨੇ ਉਡਾ ਕੇ ਲੈ ਜਾਣਾ ਹੈ। ਦੋਨਾਂ ਨੂੰ ਅਸੀਂ ਹਵਾ ਹੀ ਕਿਹਾ ਹੈ, ਗਿਆਨ ਹੀ ਹੈ। ਇੱਕ ਗਿਆਨ ਜ਼ਿੰਦਗੀ ਨੂੰ ਸਵਾਰਦਾ ਹੈ, ਇੱਕ ਗਿਆਨ ਜ਼ਿੰਦਗੀ ਨੂੰ ਤਬਾਹ ਕਰਦਾ, ਵਿਗਾੜਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਪਰਮਾਣੂ ਤਿਆਰ ਕੀਤੇ ਉਹ ਵੀ ਤਾਂ ਗਿਆਨ ਨਾਲ ਹੀ ਕੀਤੇ ਨੇ ਨਾ। ਜਿਨ੍ਹਾਂ ਨੇ ਦੁਨੀਆ ਦੇ ਵਿੱਚ ਤਬਾਹੀ ਦੇ ਕੰਢੇ 'ਤੇ ਮਨੁੱਖ ਨੂੰ ਪਹੁੰਚਾਉਣਾ, ਉਹਨੇ ਵੀ ਤਾਂ ਔਜ਼ਾਰ ਕਿਸੇ ਗਿਆਨ ਨਾਲ ਹੀ ਬਣਾਏ ਨੇ ਨਾ। ਗਿਆਨੀ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ, ਪਰ ਉਸ ਹਥਿਆਰ ਨੂੰ ਵਰਤਣਾ ਕਿਵੇਂ ਹੈ, ਇਹ ਤਾਂ ਤੁਹਾਨੂੰ ਸੋਝੀ ਦੱਸੇਗੀ ਨਾ ਵੀ ਤੁਸੀਂ ਕਿੱਦਾਂ ਗੁਰਮਤ ਦਾ ਗਿਆਨ ਲੈ ਕੇ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਜਿਉਣਾ ਹੈ। ਤਾਂ ਪਾਤਸ਼ਾਹ ਜੀ ਨੇ ਇੱਥੇ ਬਹੁਤ ਪਿਆਰਾ ਬਚਨ ਕੀਤਾ ਹੈ, ਕਿਉਂਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਅਤੇ ਸਾਡਾ ਪਹਿਲਾ ਫਰਜ਼ ਬਣਦਾ ਸੀ ਜੋ ਸਾਨੂੰ ਮਹਾਨ ਖਜ਼ਾਨਾ ਲਿਖ ਕੇ ਦਿੱਤਾ ਮਹਾਰਾਜ ਨੇ, ਅਸੀਂ ਉਹਨੂੰ ਸਮਝ ਸਕੀਏ, ਉਹਨੂੰ ਪੜ੍ਹ ਸਕੀਏ, ਵਿਚਾਰ ਸਕੀਏ। ਆਓ ਬੜੇ ਅਦਬ ਨਾਲ ਸਾਰੀ ਸੰਗਤ ਇਹਨਾਂ ਤੁਕਾਂ ਦਾ ਪਾਠ ਕਰੀਏ। ਐਸਾ ਗਿਆਨ, ਇਹ ਹੁਣ ਆਪਾਂ ਸਤਿਗੁਰੂ ਨੂੰ ਪੁੱਛਣਾ ਵੀ ਕੈਸਾ ਗਿਆਨ। ਇੱਥੇ ਇੱਕ ਸਵਾਲ ਪੈਦਾ ਕਰਤਾ, ਕਹਿੰਦੇ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ। ਗਿਆਨ ਉਹ ਲੈ ਜਿਹੜਾ ਤੈਨੂੰ ਸੱਚਾ ਬਣਾਵੇ, ਉਹ ਗਿਆਨ ਨਾ ਲਿਆਈ ਜਿਹੜਾ ਤੈਨੂੰ ਝੂਠ ਦੇ ਰਾਹ 'ਤੇ ਤੋਰ ਦੇਵੇ। ਆਓ ਸਾਰੇ ਜਾਣੇ ਹਾਜ਼ਰੀ ਲਵਾਓ, ਕੋਈ ਰਸਮ ਇੱਦਾਂ ਦੀ ਨਾ ਰਵੇ ਜਿਹੜੀ ਬਾਣੀ ਨਾ ਪੜ੍ਹੇ। ਬੜੇ ਪਿਆਰ ਨਾਲ ਸਾਰੇ ਹਾਜ਼ਰੀ ਲਵਾਓ ਜੀ। ਐਸਾ ਗਿਆਨ ਜਪੋ ਮਨ ਮੇਰੇ, 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 ਹੋਵੋ ਚਾਕਰ ਸਾਚੇ ਕੇਰੇ,
होवो चाकर साचे केरे। अंतर वसै न बाहर जाए, अंतर वसै न बाहर जाए। अमृत छोड़ काहे बिख खाए, अमृत छोड़ काहे बिख खाए। ऐसा ज्ञान जपो मन मेरे, ऐसा ज्ञान जपो मन मेरे। होवो चाकर साचे केरे, होवो चाकर साचे केरे। हम नहीं चंगे बुरा नहीं कोई, हम नहीं चंगे बुरा नहीं कोई। प्रणवत नानक तारे सोए, प्रणवत नानक तारे सोए। हम नहीं चंगे बुरा नहीं कोई, हम नहीं चंगे बुरा नहीं कोई। ज्ञान ध्यान सब कोई रवै, ज्ञान ध्यान सब कोई रवै। बांधन बांधिया सब जग भवै, बांधन बांधिया सब जग भवै। ऐसा ज्ञान जपो मन मेरे, ऐसा ज्ञान जपो मन मेरे। होवो चाकर साचे केरे, होवो चाकर साचे केरे। सेवा करे सो चाकर होए, सेवा करे सो चाकर होए। जल थल महियल रव रहे सोए, जल थल महियल रव रहे सोए। हम नहीं चंगे बुरा नहीं कोई, हम नहीं चंगे बुरा नहीं कोई। प्रणवत नानक तारे सोए, प्रणवत नानक तारे सोए। ऐसा ज्ञान जपो मन मेरे, ऐसा ज्ञान जपो मन मेरे। होवो चाकर साचे केरे, होवो चाकर साचे केरे। गुरु नानक साहब महाराज बख्शिश कर रहे ने, ऐसा ज्ञान जपो। हुण जिन्ने भी तुसी ਸਰੋਤੇ गुरु की गोद विच बैठे हो, ज्ञान लिया जाता है किसी कोलों। जदों तुसी किसी चीज़ की जानकारी लेंदे हो, एग्जाम्पल के तौर पर एक माँ अपनी धी नूं घर विच किचन विच रसोई विच काम करन दा ज्ञान दिंदी है कि तू पुत्र सहुरे जाना है, तेनू घर के कामां बारे थोड़ा बहुता ज्ञान होना जरूरी है। तू जिंदगी नूं जीना है, अगे वधना है। बाप अपने पुत्र नूं, अपने बच्चों नूं कारोबार बारे ज्ञान दिंदा है, रट्टे नहीं मराउंदा,
ਸਮਝਾਉਂਦਾ ਹੈ। ਕਿਸੇ ਮਨੁੱਖ ਨੇ ਮਕੈਨਿਕ ਬਣਨਾ ਹੋਵੇ, ਕਿਸੇ ਵਰਕਸ਼ਾਪ ਵਿੱਚ ਕੰਮ ਕਰਦਾ ਹੈ, ਉਹਨੂੰ ਇੰਜਣ ਖੋਲ੍ਹਣਾ ਕਿੱਦਾਂ ਹੈ, ਫਿੱਟ ਕਿਵੇਂ ਕਰਨਾ ਹੈ, ਕਿਹੜਾ ਨਟ ਕਿੱਥੇ ਫਿੱਟ ਹੋਣਾ ਹੈ, ਉਹਨੂੰ ਇਕੱਲੀ ਇਕੱਲੀ ਚੀਜ਼ ਬਾਰੇ ਉੱਥੇ ਸਮਝਾਇਆ ਜਾਂਦਾ ਹੈ। ਇਕੱਲਾ ਸਮਝਾਇਆ ਨਹੀਂ ਜਾਂਦਾ, ਉਹ ਆਪਣੇ ਹੱਥੀਂ ਕਰਦਾ ਹੈ। ਮੁੜ ਕੇ ਆਪ ਆਪਣੇ ਹੱਥਾਂ ਨਾਲ ਇੰਜਣ ਖੋਲ੍ਹਦਾ ਹੈ, ਆਪ ਉਹਨੂੰ ਫਿੱਟ ਕਰਦਾ ਹੈ। ਇੱਕ ਸਮਾਂ ਆਉਂਦਾ ਹੈ, ਜਿਵੇਂ ਪਹਿਲੀ ਵਾਰ ਜਦੋਂ ਬੰਦਾ ਗੱਡੀ ਡਰਾਈਵ ਕਰਦਾ ਹੈ, ਜਿਹੜੇ ਅੱਜ ਕੱਲ੍ਹ ਸਕੂਲ ਬਣੇ ਹੋਏ ਨੇ ਮਨੁੱਖ ਨੂੰ ਕਾਰ ਚਲਾਉਣ ਵਾਸਤੇ ਸਿੱਖਿਆ ਦਿੰਦੇ ਨੇ, ਪਹਿਲੀ ਵਾਰ ਤਾਂ ਬੰਦਾ ਐਕਸੀਲੇਟਰ ਵੱਲ ਵੇਖਦਾ ਹੈ, ਗੇਅਰ ਵੱਲ ਵੇਖਦਾ ਹੈ, ਡਰ ਕੇ ਚਲਾਉਂਦਾ ਹੈ। ਹੌਲੀ ਹੌਲੀ ਉਹ ਦਿਮਾਗ ਵਿੱਚ ਇੱਦਾਂ ਦੀ ਚੀਜ਼ ਫਿੱਟ ਹੋ ਜਾਂਦੀ ਹੈ, ਇੰਨੀ ਪ੍ਰੈਕਟਿਸ ਹੋ ਜਾਂਦੀ ਹੈ ਕਿ ਆਪਣੇ ਆਪ ਬੰਦਾ ਕਾਰ ਚਲਾ ਰਿਹਾ ਹੈ, ਗੱਡੀ 'ਚ ਬੈਠਾ ਬੰਦਾ ਗੱਲਾਂ ਵੀ ਕਰੀ ਜਾ ਰਿਹਾ ਹੈ। ਇੰਨਾ ਅਭਿਆਸ ਹੋ ਗਿਆ, ਇੰਨੀ ਹਾਰਮੋਨੀਆ ਹੈ। ਜਦੋਂ ਪਹਿਲੀ ਵਾਰ ਕਿਸੇ ਬੰਦੇ ਨੂੰ ਤੁਸੀਂ ਕਹੋ ਵੀ ਇਹਦੇ 'ਤੇ ਤੂੰ ਸਾਨੂੰ ਇਹਦੇ ਵਿੱਚੋਂ ਸੁਰਾਂ ਆਵਾਜ਼ ਕੱਢ ਕੇ ਵਿਖਾ, ਤੋ ਸਰਗਮਾਂ ਵੱਲ ਵੇਖੇਗਾ, ਸਾ ਰੇ ਗਾ ਮਾਂ ਪਾ, ਉਹਨੂੰ ਪੂਰੀ ਨਿਗਾਹ ਰੱਖਣੀ ਪੈਣੀ ਹੈ। ਪਰ ਜਦੋਂ ਇੰਨੀ ਵਾਰ ਉਹਦੀ ਪ੍ਰੈਕਟਿਸ ਹੋ ਗਈ, ਇੰਨੀ ਵਾਰ ਅਭਿਆਸ ਹੋ ਗਿਆ, ਫਿਰ ਉਹਨੂੰ ਉਹਦੇ ਵੱਲ ਵੇਖਣ ਦੀ ਲੋੜ ਨਹੀਂ। ਫਿਰ ਅੱਖਾਂ ਬੰਦ ਕਰਕੇ ਵੀ ਉਹ ਆਪਣੇ ਆਪ ਹੀ ਉਹਦੇ 'ਤੇ ਉਂਗਲਾਂ ਜਾਂਦੀਆਂ ਨੇ, ਆਪਣੇ ਆਪ ਹੀ ਆਵਾਜ਼ ਆਉਂਦੀ ਹੈ, ਕਿਉਂਕਿ ਅਭਿਆਸ ਇੰਨਾ ਹੋ ਗਿਆ, ਪ੍ਰੈਕਟਿਸ ਇੰਨੀ ਹੋ ਗਈ ਹੈ। ਹੁਣ ਇੱਥੇ ਸ਼ਬਦ ਵਰਤਿਆ ਮਹਾਰਾਜ ਨੇ, ਐਸਾ ਗਿਆਨ, ਇੱਦਾਂ ਦਾ ਗਿਆਨ ਜਪੋ ਮਨ ਮੇਰੇ, ਹੇ ਮੇਰਿਆ ਮਨਾ, ਇੱਦਾਂ ਦਾ ਗਿਆਨ ਜ਼ਿੰਦਗੀ 'ਚ ਇਕੱਠਾ ਕਰ ਲਾ, ਗ੍ਰਹਿਣ ਕਰ ਲਾ। ਮਹਾਰਾਜ ਕਿੱਦਾਂ ਦਾ? ਕਹਿੰਦੇ ਹੋਵੋ ਚਾਕਰ ਸਾਚੇ ਕੇਰੇ, ਤੂੰ ਉਹ ਗਿਆਨ ਇਕੱਠਾ ਕਰੀ ਜਿਹੜਾ ਤੈਨੂੰ ਸੱਚਾ ਬਣਾਵੇ। ਅਤੇ ਸੱਚ ਦਾ ਸਮਾਜ ਵਿੱਚ ਕਾਲ ਪਿਆ ਹੋਇਆ ਹੈ। ਆਪਾਂ ਰੋਜ਼ ਆਸਾ ਕੀ ਵਾਰ 'ਚ ਪੜ੍ਹਦੇ ਹਾਂ, ਸੱਚ ਕਾਲ, ਬੋਲੋ ਜਿਹਨਾਂ ਨੂੰ ਬਾਣੀ ਆਉਂਦੀ ਜੀ, ਸੱਚ ਕਾਲ ਕੂੜ ਵਰਤਿਆ। ਸੱਚ ਦਾ ਕਾਲ ਪੈ ਗਿਆ ਅਤੇ ਕੂੜ ਦਾ ਬੋਲਬਾਲਾ ਹੈ। ਸੱਚ ਦਾ ਕਾਲ ਪੈ ਗਿਆ ਤਾਂ ਮਹਾਰਾਜ ਕਹਿੰਦੇ ਨੇ ਉਹ ਗਿਆਨ ਲੈ ਜਿਹਦੇ ਨਾਲ ਤੂੰ ਸੱਚਾ ਬਣ ਸਕੇ, ਜਿਹਦੇ ਨਾਲ ਤੇਰੀ ਜ਼ਿੰਦਗੀ 'ਚ ਸੱਚਾਈ ਆ ਸਕੇ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ। ਧਰਮ ਨੂੰ ਤੇ ਖੰਭ ਲੱਗ ਗਏ ਨੇ, ਜਿਵੇਂ ਪੰਛੀ ਉੱਡ ਜਾਂਦਾ, ਇੱਦਾਂ ਧਰਮ ਤੇ ਉੱਡ ਗਿਆ ਮਨੁੱਖੀ ਜੀਵਨ ਦੇ ਵਿੱਚੋਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਐਸਾ ਗਿਆਨ, ਇੱਦਾਂ ਦਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਉਹ ਗਿਆਨ ਆਪਣੀ ਜ਼ਿੰਦਗੀ ਵਿੱਚ ਲੈ ਕੇ ਆ ਜਿਹੜਾ ਤੈਨੂੰ ਸੱਚਾ ਬਣਾਵੇ। ਇਹਦਾ ਅਰਥ ਮਨੁੱਖ ਸੱਚਾ ਨਹੀਂ ਹੈ। ਜਪਜੀ ਸਾਹਿਬ ਕਿੱਥੋਂ ਆਰੰਭ ਹੁੰਦਾ ਹੈ? ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਆਰੰਭ ਕਰਦੇ ਹਾਂ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ, ਬੋਲੋ ਸਾਰੇ, ਚੁੱਪੈ ਜੇ ਲਾਏ ਰਹਾ, ਭੁੱਖਿਆਂ ਜੇ ਸਹਿਸ ਸਿਆਣਪਾਂ ਲੱਖ ਹੋਹੇ, ਤਾਂ ਅੱਗੇ ਪੜੋ ਕਿਵੇਂ? ਹਾਂ, ਬਸ ਗੁਰੂ ਸਾਹਿਬ ਨੂੰ ਇਹ ਗੱਲ ਕਹਿਣ ਦੀ ਕਿਉਂ ਜ਼ਰੂਰਤ ਪਈ ਵੀ ਕਿਵੇਂ ਸੱਚਿਆਰਾ ਹੋਈ ਹੈ, ਬੰਦਾ ਸੱਚਾ ਕਿਵੇਂ ਬਣੇ? ਇਹਦਾ ਮਤਲਬ ਜੇ ਤੁਹਾਡਾ ਬੱਚਾ ਪਹਿਲਾਂ ਹੀ ਹੋਮਵਰਕ ਕਰ ਰਿਹਾ ਹੈ, ਤੁਸੀਂ ਉਹਨੂੰ ਕਹੋਗੇ ਵੀ ਪੁੱਤ ਹੋਮਵਰਕ ਕਰਿਆ ਕਰ, ਉਹ ਕਹੇਗਾ ਮੈਂ ਤਾਂ ਪਹਿਲਾਂ ਹੀ ਕਰ ਰਿਹਾ। ਇਹ ਤੁਸੀਂ ਤਾਂ ਕਹੋਗੇ ਨਾ, ਜੇ ਉਹ ਪੜ੍ਹ ਨਹੀਂ ਰਿਹਾ ਤਾਂ ਕਹੋਗੇ ਨਾ ਪੁੱਤ ਪੜ੍ਹਿਆ ਕਰ। ਜੇ ਉਹ ਪਹਿਲਾਂ ਹੀ ਤੁਹਾਨੂੰ ਉਹਦੇ ਹੱਥ ਵਿੱਚ ਕਿਤਾਬ ਹੈ, ਉਹ ਪੜ੍ਹ ਰਿਹਾ, ਸਟੱਡੀ ਕਰ ਰਿਹਾ, ਤੁਸੀਂ ਉਹਨੂੰ ਕਹੋਗੇ ਵੀ ਪੁੱਤ ਪੜ੍ਹਿਆ ਕਰ, ਉਹ ਕਹੇਗਾ ਤੁਹਾਡੇ ਸਾਹਮਣੇ ਵੇਖੋ ਮੈਂ ਤਾਂ ਪੜ੍ਹ ਰਿਹਾ। ਜੇ ਉਹ ਨਹੀਂ ਪੜ੍ਹ ਰਿਹਾ ਤਾਂ ਕਹੋਗੇ ਨਾ। ਜੇ ਸੰਸਾਰ ਸੱਚਿਆਰਾ ਸੀ ਤਾਂ ਮਹਾਰਾਜ ਨੂੰ ਕਹਿਣ ਦੀ ਕਿਉਂ ਲੋੜ ਪਈ? ਦੁਨੀਆ ਤਾਂ ਪਹਿਲਾਂ ਹੀ ਸੱਚੀ ਸੀ। ਮਹਾਰਾਜ ਕਹਿੰਦੇ ਨਾ, ਕਿਵੇਂ ਸੱਚਿਆਰਾ ਹੋਈ ਹੈ? ਬੰਦਾ ਸੱਚਾ ਕਿਵੇਂ ਬਣੇ? ਕਿਵੇਂ ਕੂੜਾ ਟੁੱਟੈ ਪਾਲ, ਪਾਲ ਕਹਿੰਦੇ ਨੇ ਕੰਧ ਨੂੰ, ਦੀਵਾਰ ਨੂੰ। ਜਿਹੜੀ ਕੂੜ ਦੀ ਪਾਲ ਹੈ, ਕੰਧ ਹੈ, ਦੀਵਾਰ ਹੈ, ਇਹ ਟੁੱਟੇ ਕਿਵੇਂ? ਕੰਧ ਕਿੱਥੇ? ਬਾਹਰ ਕਿਤੇ? ਘਰ 'ਚ ਬਟਵਾਰਾ ਕਦੋਂ ਹੁੰਦਾ ਹੈ? ਘਰ ਤੇ ਉਹੀ ਹੁੰਦਾ ਹੈ ਜਦੋਂ ਭਰਾ ਭਰਾ ਨਾਲੋਂ ਅਲੱਗ ਹੁੰਦੇ ਨੇ, ਜਦੋਂ ਪਿਓ ਪੁੱਤਰ ਨਾਲੋਂ ਅਲੱਗ ਹੁੰਦਾ। ਕਿਤੇ ਨਾ ਕਿਤੇ ਤੇ ਵਿਚਾਰਧਾਰਾ ਦਾ ਟਕਰਾਅ ਹੁੰਦਾ ਹੈ ਨਾ, ਕਿਤੇ ਨਾ ਕਿਤੇ ਤੇ ਅਣਬਣ ਹੁੰਦੀ ਹੈ ਨਾ ਵੀ ਇੱਥੇ ਹੁਣ ਸਾਡੀ ਤੁਹਾਡੇ ਨਾਲ ਨਿਭਣੀ ਨਹੀਂ। ਹੁਣ ਇਹ ਗੱਲ ਬਾਹਰ ਦੇ ਘਰ ਦੀ ਨਹੀਂ ਹੋ ਰਹੀ, ਇਹ ਬੰਦੇ ਦੇ ਅੰਦਰ ਦੀ ਹੋ ਰਹੀ ਹੈ। ਅੰਦਰ ਹੀ ਮਾਲਕ ਹੈ, ਅੰਦਰ ਹੀ ਤੂੰ ਰਹਿ ਰਿਹਾ ਹੈ, ਵਿਚਕਾਏ ਕੰਧ ਹੈ। ਤੂੰ ਕੰਧ ਕਾਹਦੀ ਹੈ? ਉਹ ਕੰਧ ਹੈ ਬੇਈਮਾਨੀ ਦੀ, ਠੱਗੀ ਦੀ, ਕੂੜ ਦੀ। ਅਤੇ ਕਮਾਲ ਦੀ ਗੱਲ ਵੇਖੋ, ਇਹ ਕੰਧ ਢਾਉਣੀ ਤੈਨੂੰ ਖੁਦ ਆਪ ਪੈਣੀ ਹੈ, ਕੋਈ ਦੂਜਾ ਨਹੀਂ ਢਾਏਗਾ। ਅੱਜ ਤਾਂ ਹੀ ਤੁਸੀਂ ਵੇਖੋ ਇਸੇ ਕੰਧ ਕਰਕੇ, ਇਸੇ ਦੀਵਾਰ ਕਿਵੇਂ ਕੂੜਾ ਟੁੱਟੈ ਪਾਲ। ਅਤੇ ਮਹਾਰਾਜ ਇਹ ਕਿਵੇਂ ਟੁੱਟੇ? ਕਹਿੰਦੇ ਹੁਕਮ ਰਜਾਈ ਚੱਲਣਾ।
ਨਾਨਕ ਲਿਖਿਆ ਨਾਲ। ਹੁਕਮ ਰਜਾ 'ਚ ਤੁਰਨਾ ਸ਼ੁਰੂ ਕਰ ਦੇ। ਕਮਾਲ ਦੀ ਗੱਲ ਤੁਸੀਂ ਵੇਖੋ, ਜਿੰਨੇ ਵੀ ਤੁਸੀਂ ਸਰੋਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਨ੍ਹਾਂ ਨੇ ਜ਼ਿੰਦਗੀ 'ਚ ਬਾਣੀ ਦਾ ਪਾਠ ਕੀਤਾ, ਕਿਤੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਤੁਕ ਐਸੀ ਨਹੀਂ ਲਿਖੀ ਜਿੱਥੇ ਮੱਝ ਗਾਂ ਨੂੰ ਕਿਹਾ ਹੋਵੇ ਕਿ ਤੂੰ ਭਾਈ ਉਹਦੀ ਰਜਾ 'ਚ ਤੁਰਨਾ ਸ਼ੁਰੂ ਕਰ ਦੇ। ਕਿਤੇ ਮੱਝ ਨੂੰ ਕਿਹਾ ਹੋਵੇ, ਕਿਤੇ ਗਾਂ ਨੂੰ ਕਿਹਾ ਹੋਵੇ, ਕਿਤੇ ਸੱਪ ਨੂੰ ਕਿਹਾ ਹੋਵੇ, ਕਿਤੇ ਨਿਓਲੇ ਨੂੰ ਕਿਹਾ ਹੋਵੇ, ਕਿਤੇ ਪਸ਼ੂ ਪੰਛੀ ਨੂੰ ਕਿਹਾ ਹੋਵੇ ਕਿ ਤੂੰ ਉਹਦੀ ਰਜਾ 'ਚ ਤੁਰ। ਇੱਕੋ ਮਨੁੱਖ ਹੀ ਹੈ ਜਿਹਨੂੰ ਬਾਰ-ਬਾਰ ਕਹਿਣਾ ਪੈਂਦਾ ਉਹਦੀ ਰਜਾ 'ਚ ਤੁਰ, ਕਿਉਂਕਿ ਪਸ਼ੂ ਪੰਛੀ ਜਿੱਦਾਂ ਦੇ ਹੈਗੇ ਨੇ ਉਹਦੀ ਰਜਾ 'ਚ ਆਪਣਾ ਜੀਵਨ ਬਸਰ ਕਰ ਰਹੇ ਨੇ। ਇੱਕੋ ਮਨੁੱਖ ਹੀ ਹੈ ਜਿਹੜਾ ਪੈਰ ਪੈਰ 'ਤੇ ਰਜਾ ਦੀ ਉਲੰਘਣਾ ਕਰਦਾ। ਵੇਖੋ, ਜਦੋਂ ਬੰਦਗੀ ਦੀ ਇਬਾਦਤ ਦੀ ਗੱਲ ਕੀਤੀ, ਇੱਥੇ ਵੀ ਗੁਰੂ ਸਾਹਿਬ ਨੇ ਕਿੱਡੀ ਪਿਆਰੀ ਐਗਜ਼ਾਮਪਲ ਦਿੱਤੀ ਹੈ। ਪੌਣ ਪਾਣੀ ਬੈ ਸੰਤਰੋ ਹੁਕਮ ਕਰੈ, ਹੁਕਮ ਕਰੈ, ਹੁਕਮ ਦੇ ਵਿੱਚ ਹੁਕਮ ਕਰੈ ਭਗਤੀ, ਹੁਕਮ ਦੇ ਵਿੱਚ ਭਗਤੀ ਕਰ ਰਹੇ ਨੇ ਉਹ। ਅੱਛਾ, ਹਵਾ ਕਿੱਦਾਂ ਭਗਤੀ ਕਰ ਰਹੀ ਹੈ ਭਲਾ? ਪਾਣੀ ਕਿਵੇਂ ਕਰ ਰਿਹਾ ਹੈ? ਅੱਗ ਕਿਵੇਂ ਕਰ ਰਹੀ ਹੈ? ਪੌਣ ਪਾਣੀ ਬੈ ਸੰਤਰੋ ਹੁਕਮ ਕਰੈ ਭਗਤੀ। ਇਹ ਹੁਕਮ ਦੇ ਵਿੱਚ ਭਗਤੀ ਕਿੱਦਾਂ ਭਗਤੀ ਕਰ ਰਹੇ ਨੇ? ਆਪਾਂ ਕਹਿੰਦੇ ਜਿਹੜਾ ਭਗਤੀ ਕਰਦਾ ਉਹ ਤਾਂ ਸਿਮਰਨਾ ਫੇਰਦਾ, ਜਿਹੜਾ ਭਗਤੀ ਕਰਦਾ ਉਹ ਤਾਂ ਚੌਂਕੜਾ ਮਾਰਦਾ, ਜਿਹੜਾ ਭਗਤੀ ਕਰਦਾ ਉਹ ਤਾਂ ਇੰਨੇ ਘੰਟੇ ਪਾਠ ਕਰਦਾ, ਆਪਾਂ ਕਹਿੰਦੇ ਫਲਾਣਾ ਬੜਾ ਭਗਤ ਹੈ ਵੀ। ਅਤੇ ਗੁਰੂ ਸਾਹਿਬ ਕਹਿੰਦੇ ਪੌਣ ਪਾਣੀ ਬੈ ਸੰਤਰੋ ਹੁਕਮ ਕਰੇ ਭਗਤੀ। ਇਹ ਸਾਰੇ ਭਗਤੀ ਕਰ ਰਹੇ ਨੇ। ਕਿੱਦਾਂ ਭਗਤੀ ਕਰ ਰਹੇ ਨੇ? ਹਵਾ ਨੂੰ ਕਿਸੇ ਨੇ ਮਾੜਾ ਫੇਰਦੇ ਵੇਖਿਆ, ਕਿਸੇ ਨੇ ਅੱਗ ਨੂੰ ਚੌਂਕੜਾ ਲਾਉਂਦੇ ਵੇਖਿਆ, ਪਾਣੀ ਨੂੰ ਕਿਸੇ ਨੇ ਸਿਮਰਨ। ਫਿਰ ਇਹ ਕਿਵੇਂ ਭਗਤੀ ਕਰ ਰਹੇ ਨੇ? ਬੜੀ ਸੌਖੀ ਐਗਜ਼ਾਮਪਲ ਹੈ। ਸਾਡੀ ਬੋਡੀ ਹੈ, ਸਾਡੇ ਸਰੀਰ ਕਿੰਨਿਆਂ ਤੱਤਾਂ ਦਾ ਬਣਿਆ ਜੀ? 5 ਤੱਤਾਂ ਦਾ। ਉਹ 5 ਤੱਤ ਕਿਹੜੇ ਕਿਹੜੇ ਨੇ? ਹਵਾ ਹੈ, ਅੱਗ ਹੈ, ਪਾਣੀ ਹੈ, ਆਕਾਸ਼ ਜਿੱਥੇ ਅਸੀਂ ਰਹਿ ਰਹੇ ਹਾਂ, ਅਤੇ ਧਰਤੀ ਜਿਹਨੂੰ ਮਿੱਟੀ ਕਹਿੰਦੇ ਆਪਾਂ। ਇਹ 5 ਤੱਤਾਂ ਦਾ ਸੁਮੇਲ ਹੈ ਅਤੇ ਅਸੀਂ ਜਿਉਂਦੇ ਹਾਂ। ਇਹਨਾਂ ਵਿੱਚੋਂ ਇੱਕ ਵੀ ਤੱਤ ਸਾਡੀ ਬੋਡੀ ਤੋਂ ਪਰਾਂ ਹੁੰਦਾ ਹੈ ਅਤੇ ਸਾਡਾ ਐਂਡ ਹੈ, ਅੰਤ ਹੈ ਸਾਡਾ। ਹੁਣ ਸਾਡੇ ਸਰੀਰ 'ਚ ਹਵਾ ਵੀ ਹੈਗੀ ਹੈ, ਅੱਗ ਵੀ ਹੈਗੀ ਹੈ ਅਤੇ ਪਾਣੀ ਵੀ ਹੈਗਾ ਹੈ। ਜੇ ਸਾਡੇ ਜਿਸਮ 'ਚੋਂ ਇੱਕ ਤੱਤ ਕਵੇ, ਜਾਨੀ ਕਿ ਪਾਣੀ ਕਵੇ ਕਿ ਹੁਣ ਮੈਂ ਥੋੜ੍ਹੀ ਜਿਹੀ ਰੈਸਟ ਕਰ ਲਵਾਂ, ਸਾਡੇ ਜਿਸਮ 'ਚੋਂ ਪਾਣੀ ਮੁੱਕ ਜਾਏ, ਤਾਂ ਵੀ ਮੌਤ ਹੈ। ਅਤੇ ਹਵਾ ਬਾਰੇ ਤਾਂ ਕਹਿ ਦਿੱਤਾ ਵੀ ਹਮ ਆਦਮੀ ਹਾਂ ਇੱਕ ਦਮੀ। ਦਮ ਆ ਗਿਆ ਤੇ ਤੈਨੂੰ ਕਿਸੇ ਨੇ ਬੰਦਾ ਕਹਿਣਾ ਹੈ, ਦਮ ਨਾ ਆਇਆ ਤੇ ਕਹਿਣਾ ਲਾਸ਼ ਪਈ ਹੈ, ਲੈ ਜਾਓ ਵੀ ਚੱਕ ਕੇ, ਜਾ ਕੇ ਸੰਸਕਾਰ ਕਰ ਦਿਓ ਉਹਦਾ। ਤੂੰ ਭਾਵੇਂ ਜਿੰਨਾ ਮਰਜ਼ੀ ਅਮੀਰ ਹੋਵੇ, ਜਿੰਨਾ ਮਰਜ਼ੀ ਤੂੰ ਧਨਾੜ ਹੋਵੇ, ਤੂੰ ਭਾਵੇਂ ਇਕੱਲੇ ਇਕੱਲੇ ਦੁਨੀਆ ਦੇ ਥੰਮਲਿਆਂ ਦੇ ਉੱਤੇ ਆਪਣਾ ਨਾਮ ਲਿਖਾਇਆ ਹੋਵੇ, ਪਰ ਤੇਰਾ ਨਾਂ ਉਦੋਂ ਤੱਕ ਰਹਿਣਾ ਜਦੋਂ ਤੱਕ ਤੇਰੇ ਅੰਦਰ ਸਵਾਸ ਚੱਲਦੇ ਨੇ। ਹੁਣ ਇਹਨਾਂ 5 ਤੱਤਾਂ ਵਿੱਚੋਂ ਜਿਹੜੇ 3 ਤੱਤ ਸਾਡੇ ਸਾਹਮਣੇ, ਅੱਗ, ਹਵਾ, ਪਾਣੀ ਦੀ ਆਪਾਂ ਗੱਲ ਕਰਦੇ ਹਾਂ। ਹੁਣ ਇੱਥੇ ਸ਼ਬਦ ਹੈ ਪੌਣ ਪਾਣੀ ਬੈ ਸੰਤਰੋ ਹੁਕਮ ਕਰੇ ਭਗਤੀ। ਇਹ ਤਿੰਨੇ ਭਗਤੀ ਕਿਵੇਂ ਕਰ ਰਹੇ ਨੇ? ਹਵਾ 5 ਮਿੰਟ, 5 ਮਿੰਟ ਤੇ ਬਹੁਤ ਜ਼ਿਆਦਾ ਆ, ਕਿਤੇ 30 ਸੈਕਿੰਡ ਹਵਾ ਰੁਕ ਜਾਏ, ਆਕਸੀਜਨ ਮੁੱਕ ਜਾਏ। ਕਰੋਨਾ ਕਾਲ ਵੇਲੇ ਵੇਖਿਆ ਹੀ ਆਪਾਂ ਕਿੱਦਾਂ ਹਫੜਾ ਦਫੜੀ ਮੱਚੀ, ਲੋਕਾਂ ਨੂੰ ਸਿਲੰਡਰ ਨਹੀਂ ਲੱਭੇ ਆਕਸੀਜਨ ਦੇ। ਦਵਾ ਦਵਾ ਲੋਕਾਂ ਨੇ ਜਦੋਂ ਮਾੜਾ ਜਦੋਂ ਪਤਾ ਲੱਗਦਾ ਸੀ ਹੁਣ ਡਾਊਨ ਜਾ ਰਹੀ ਹੈ ਮਰੀਜ਼ ਦੀ, 80 ਤੋਂ ਥੱਲੇ ਹੋ ਗਿਆ, ਹੁਣ 74 ਰਹਿ ਗਿਆ, ਹੁਣ 73 ਰਹਿ ਗਿਆ, 70 ਰਹਿ ਗਿਆ, ਦਵਾ ਸਿਲੰਡਰ ਨਹੀਂ ਲੱਭੇ ਲੋਕਾਂ ਨੂੰ ਆਕਸੀਜਨ ਦੇ। ਐਵੇਂ ਥੋੜ੍ਹਾ ਗੁਰੂ ਸਾਹਿਬ ਜੀ ਨੇ, ਆਪਾਂ ਜਪਜੀ ਸਾਹਿਬ ਦਾ ਪਾਠ ਰੋਜ਼ਾਨਾ ਕਰਦੇ ਹਾਂ, ਪਵਨ ਗੁਰੂ ਬੋਲੋ ਸਾਧ ਸੰਗਤ ਜੀ, ਸਾਡਾ ਹਵਾ ਗੁਰੂ ਹੈ। ਕਿ ਅਸੀਂ ਪਵਨ ਨੂੰ ਆਪਣਾ ਗੁਰੂ ਮੰਨਦੇ ਹਾਂ? ਇੱਥੇ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਹਦਾ ਕੀ ਮੀਨਿੰਗ ਹੈ? ਹਵਾ ਸਾਡਾ ਗੁਰੂ ਹੈ? ਨਹੀਂ, ਇਹਦਾ ਮੀਨਿੰਗ ਪਤਾ ਕੀ ਹੈ? ਜਿਵੇਂ ਸਰੀਰ ਨੂੰ ਜਿਉਂਦਾ ਰੱਖਣ ਲਈ ਹਵਾ ਜ਼ਰੂਰੀ ਹੈ, ਜੇ ਵਕਤ ਸਿਰ ਟਾਈਮ ਨਾਲ ਹਵਾ ਨਾ ਮਿਲੇ, ਆਕਸੀਜਨ ਨਾ ਮਿਲੇ, ਤਾਂ ਸਰੀਰ ਡੈਡ ਹੈ। ਜਿੰਨਾ ਸਰੀਰ ਨੂੰ ਜਿਉਂਦਾ ਰੱਖਣ ਲਈ ਆਕਸੀਜਨ ਜ਼ਰੂਰੀ ਹੈ, ਹਵਾ ਜ਼ਰੂਰੀ ਹੈ, ਇੰਨਾ ਮਨ ਨੂੰ ਜਿਉਂਦਾ ਰੱਖਣ ਲਈ ਗੁਰੂ ਜ਼ਰੂਰੀ ਹੈ। ਸਰੀਰ ਨੂੰ ਹਵਾ ਨਹੀਂ ਮਿਲੇਗੀ ਤੇ ਸਰੀਰ ਡੈਡ, ਮਨ ਨੂੰ ਗੁਰੂ ਦੀ ਸਿੱਖਿਆ ਨਹੀਂ ਮਿਲੇਗੀ ਤੇ ਮਨ ਲਾਸ਼ ਹੈ, ਮਰਿਆ ਪਿਆ ਮਨ। ਲਾਸ਼ਾਂ ਤੁਰੀਆਂ ਫਿਰਦੀਆਂ ਨੇ, ਮਹਾਰਾਜ ਦੀ ਬਾਣੀ ਕਹਿੰਦੀ। ਤਾਂ ਕਹਿਣਾ ਪਿਆ ਸੀ ਨਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਜਿਉਂਦਾ ਕੌਣ ਹੈ? ਜਿਹਦੇ ਮਨ ਵਿੱਚ ਸੱਚ ਦੀ ਵਿਚਾਰ ਹੈ, ਪਾਤਸ਼ਾਹ ਦੀ ਬਾਣੀ ਕਹਿੰਦੀ ਹੈ। ਤੋ ਗੁਰਦੇਵ ਜੀ ਇੱਥੇ ਕਹਿੰਦੇ ਪੌਣ ਗੁਰੂ
पानी पिता माता तरत महत। इहदा मीनिंग है जिवें शरीर नूं जिउंदा रखण लई हवा की जरूरत है, जे साह ना मिलिया, सवास ना आए तो असीं डैड है। इहो गल सिद्धां ने गुरु नानक साहिब नाल कीती सी। वो पुछदे सी कौन मूल, इंसान का मूल की है, इंसान का मुੱਢ की है। जे आपां नूं कोई पुछे बंदे की आरंभता कित्थों हुंदी है, कौन मूल कौन मत वेला, इंसानी जीवन का मूल की है, कौन मूल कौन मत वेला, कौन गुरु जिसका तू चेला। तेरा गुरु कौन है, तू किहदा सेवक है। तो जवाब की सी भला, पवन आरंभ। ये सिद्ध गोष्ठ बाणी का वाक है, पवन आरंभ। इंसान का मूल की है भला, पवन। जो जन्म होंदा बच्चे का, जे सवास चलते होण ते आपां नूं मैसेज आउंदा है ना, बेटी हुई है जी, बेटा होया है, तंदुरुस्त है, इदां ही है। जे सवास ना चलते होण ते, हवा ना होवे ते की कहंदे ने, बालक होया है पर डैड होया है। ਇਹਦਾ मतलब इंसानी जीवन का आरंभ की है, हवा। जे जिउंदियां जे जन्म लैंदियां सार हवा सी ते परिवार च खुशी की लहर दौड़ी, साडे घर बालक ने जन्म लिया, भाई सवास चल रहे हैं, ठीक ठाक है। पवन आरंभ, मनुखी जीवन का आरंभ पवन है, पवन आरंभ। ते आ जिहड़ा मनुखा शरीर मिलिया, काहदे लई मिलिया, सतगुर मत वेला, सतगुरु की मत लैण दा वेला है। जे सतगुरु की मत ना लई तो पशुआं वाला जीवन है, दुनिया जीव रही है, जिन्हों असीं जिंदगी जूना कहने। महाराज इन्हूं जिंदगी जूना थोड़ा कहते हैं, वो कहते ये जगत ममता मुआ, जीवन की बिद ना है। जगत ममता विच फसिया पिया। पशुआं वाल वेखो तुसीं, पशु पंछियां वाल वेखो तुसीं, वो अपनी जिंदगी जी रहे हैं। इक्को इंसान है जिहड़ा किदां फिकरां विच, चिंतावां विच, झोरियां विच। वजह की है, क्योंकि ये सचियारा पासा जिहड़ा सी उतों अपनी कन्नी कतरा के बह गया, पासा वट के बैठ गया। पातशाह जी ने आरंभ इत्थों कीता, मनुख सच्चा किवें बने, सचियारा किवें बने, ये जिंदगी च अपने आप नूं खुशहाल किवें कर सके, ये उपदेश सारा सतगुर दी बाणी दा है। बार बार विचार दित्ती किवें जिंदगी नूं जीना है, किवें तू खूबसूरत तरीके नाल जिंदगी जीनी है, ये विचार दित्ती पातशाह जी ने भी ऐसा ज्ञान, इदां दा ज्ञान जपो मन मेरे होवो चाकर सच केरे। याद रखना, ज्ञान की रोशनी च कीता होया कर्म ही धर्म बनता है। बिना सोझी तो पुटिया होया कदम धर्म नहीं बनता, वो कर्म कांड बन जाते हैं। तां ही आख्या सी ना कबीरा, जहाँ ज्ञान तहाँ धर्म है। जिथे सोझी है नहीं उत्थे धर्म किदां बनाएगा बंदा। जे तुहानूं किसी चीज़ का ज्ञान है, टीचर स्कूल तां ही पढ़ाउण जाएगा ना जे उन्होंने ज्ञान है किसी गल का। धर्म तो डॉक्टर ऑपरेशन थिएटर जाके इलाज तां ही करेगा ना, तां ही ऑपरेशन करेगा, तां ही जाके हॉस्पिटल इलाज करेगा ना। पहला उन्होंने मनुखों बारे ज्ञान है, उन्हें ज्ञान हासिल किया है, धर्म तो बाद विच निभाएगा ना। कहते जे तेनों अजे तक तेनों समझ ही नहीं आई, असी गुरु ग्रंथ साहिब साडे कोल ज्ञान का सोमा है। अज मारिओ आपो अपने परिवारों के झात, किन्ने परिवार ने जिहड़े अपने घरां च सतगुर की बाणी पढ़ते हैं, तो परिवारों च अगे किन्ने जी ने जिन्होंने आप सतगुर की बाणी पढ़न का शौक है, जिहड़े अपनी जिंदगी जिवें असीं बाकी सारे काम अपने हत्थीं आप करते हैं, सतगुर की बाणी खुद पढ़न का शौक समाज विचों हौली हौली अलोप हो गया। अजकल तो साधन किड्डे प्यारे ने, तुहाडे कोल लैपटॉप है, तुहाडे कोल आईपैड है, तुहाडे कोल मोबाइल है, तुसीं सफ़र करदे आ। हुण ते बंदे कोल बहाना नहीं है, हुण ते इक तुसीं आईपैड लै लो, भावें 20,000 किताब इहदे विच डाउनलोड कर लो, 20,000। तो कभी समा वो भी सी जो किसी बंदे ने सफ़र करना, उन्होंने 1-2 किताबां चुकनियां औखियां ने। मैं अपनी जिंदगी जिन्ना भी सफ़र किया, मैं गोरियां नूं पढ़दे वेखिआ है। सच है, जे गोरा मेरे लागे बैठा है तो जे वो 5-4 घंटे की फ्लाइट है तो वह गोरा 4-5 घंटे इत्थों किताब नहीं छड्डदा। पर मैं अपनी जिंदगी बहुत घट है भी कोई मेरे लागे ट्रेन च, कोई लागे मेरे प्लेन च, कोई किते एयरपोर्ट पर, किसी रेलवे स्टेशन पर कोई पंजाबी बैठा होवे तो उहदे हत्थ विच किताब होवे। तुसीं भी वेखिआ होएगा, क्योंकि साडे पंजाबियां नूं आप पढ़न दा, हिस्टरी पढ़न दा शौक बहुत, बोलो हुण, घट है। उदां साडा ज्ञान गुरु है। जे असीं पढ़िया विचारिया हुंदा तो सानूं पता हुंदा असीं रोज़ थोड़ा जिहा भी। वैसे एक बेनती करा, जिन्हां नूं पढ़न दा शौक है ना, किताब तुहाडा बड़ा वड्डा साथी है। बंदा कदी विहला नहीं हुंदा,
ਨਾ ਕਦੀ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ। ਕਿਉਂ? ਕਿਉਂਕਿ ਜੇ ਤੁਹਾਡੇ ਘਰ 'ਚ ਕੋਈ ਵੀ ਨਹੀਂ ਨਾ ਹੈਗਾ, ਜੇ ਤੁਹਾਡੇ ਕੋਲ ਸਾਹਿਤ ਹੈਗਾ, ਤੁਹਾਡੇ ਕੋਲ ਚੰਗੀਆਂ ਕਿਤਾਬਾਂ ਹੈਗੀਆਂ ਨੇ, ਅਤੇ ਤੁਹਾਡੀਆਂ ਕਿਤਾਬਾਂ ਨੇ ਤੁਹਾਨੂੰ ਇਕੱਲਿਆਂ ਨੇ ਕਦੀ ਬੋਰ ਨਹੀਂ ਹੋਣ ਦੇਣਾ। ਉਹਨੇ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਤੋਰੀ ਜਾਣਾ, ਤੁਹਾਡਾ ਟਾਈਮ ਪਾਸ ਕਰਨਾ। ਫਿਰ ਤੁਹਾਨੂੰ ਇਨਫੋਰਮੇਸ਼ਨ ਕਿੰਨੀ ਮਿਲਣੀ ਹੈ, ਨੌਲੇਜ ਕਿੰਨੀ ਮਿਲਣੀ ਹੈ। ਤੁਸੀਂ ਫਿਰ ਕਮਾਲ ਦੀ ਗੱਲ ਹੈ, ਜਿਸ ਬੰਦੇ ਦੇ ਕੋਲ ਜਿਹੜੀ ਚੀਜ਼ ਦੀ ਨੌਲੇਜ ਹੋਏਗੀ ਨਾ, ਉਹ ਜਿੱਥੇ 4 ਬੰਦਿਆਂ 'ਚ ਬਵੇਗਾ ਉਹ ਗੱਲ ਜ਼ਰੂਰ ਕਰੇਗਾ। ਕਦੀ ਤਜਰਬਾ ਕਰਕੇ ਵੇਖ ਲਿਓ। ਜਿਸ ਬੰਦੇ ਕੋਲ ਜਿਹੜੀ ਵੀ ਗੱਲਬਾਤ ਹੋਏਗੀ, ਜੋ ਵੀ ਉਹਦੇ ਕੋਲ ਇਨਫੋਰਮੇਸ਼ਨ ਹੁੰਦੀ ਹੈ, ਜਦੋਂ ਕਿਤੇ ਗੱਲਬਾਤ ਕਰਦਾ ਉਹ ਗੱਲ ਦੂਜੇ ਨਾਲ ਸ਼ੇਅਰ ਜ਼ਰੂਰ ਕਰਦਾ। ਵਧੋ ਵਧੀ ਉਹਦੇ ਅੰਦਰੋਂ ਗੱਲ ਨਿਕਲੇਗੀ। ਜੇ ਤੁਸੀਂ ਕਿਤੇ ਕੋਈ ਬਾਣੀ ਦਾ ਕੋਈ ਅਰਥ ਤੁਕ ਪੜ੍ਹੀ ਹੋਏਗੀ, ਜਦੋਂ ਕਿਤੇ 4 ਬੰਦਿਆਂ 'ਚ ਬੈਠੋਗੇ, ਕੋਈ ਗੱਲ ਚੱਲੇਗੀ, ਤੁਸੀਂ ਉਹਦੇ ਨਾਲ ਗੱਲ ਕਰੋਗੇ। ਅੱਜ ਸਮੱਸਿਆ ਇਹ ਆ, ਕਿਤੇ ਗੁਰੂ ਦੀ ਗੱਲ ਚੱਲ ਪਵੇ ਅਤੇ ਬੰਦਾ ਮੂੰਹ ਚੁੱਕ ਕੇ ਇੱਕ ਦੂਜੇ ਵੱਲ ਵੇਖੀ ਜਾ ਰਿਹਾ, ਕਿਉਂਕਿ ਪਤਾ ਨਹੀਂ ਹੈ, ਪਤਾ ਨਹੀਂ ਹੈ। ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੇ ਸਤਿਗੁਰ ਨੇ ਕੀ ਉਪਦੇਸ਼ ਬਾਣੀ ਬਖਸ਼ਿਸ਼ ਕੀਤੀ ਹੈ। ਹੁਣ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਜਿੱਥੇ ਗਿਆਨ ਹੈ ਮਨੁੱਖ ਧਰਮ ਨਿਭਾ ਹੀ ਹੋ ਸਕਦਾ ਹੈ। ਜਹ ਝੂਠ ਤੈਂ ਪਾਪ। ਜਿੱਥੇ ਝੂਠ ਹੋਏਗਾ ਉੱਥੇ ਪਾਪ ਹੋਏਗਾ। ਪਾਪ ਕੀ ਹੈ? ਮਾੜੀ ਸੋਚ, ਮਾੜਾ ਸੋਚਣਾ। ਝੂਠੇ ਬੰਦੇ ਦੀ ਜ਼ਿੰਦਗੀ 'ਚ ਮਾੜੇ ਸੰਕਲਪ ਆਉਣਗੇ, ਮਾੜੇ ਵਿਚਾਰ ਆਉਣਗੇ, ਦੂਜੇ ਪ੍ਰਤੀ ਮਾੜਾ ਸੋਚੇਗਾ, ਚੰਗਾ ਖਿਆਲ ਨਹੀਂ ਆਏਗਾ ਉਹਦੇ ਅੰਦਰ। ਜਿਹੜਾ ਝੂਠਾ ਬੰਦਾ ਹੋਏਗਾ ਉਹ ਕਦੀ ਕਿਸੇ ਨੂੰ ਸਵਾਰਨ ਬਾਰੇ ਕਦੀ ਨਹੀਂ ਸੋਚ ਸਕਦਾ, ਵਿਗਾੜਨ ਬਾਰੇ ਤੇ ਪਲੈਨਿੰਗ ਆਉਣਗੀਆਂ ਉਹਦੇ ਦਿਮਾਗ 'ਚ। ਜੈ ਝੂਠ ਤੈਂ ਪਾਪ, ਜੈ ਲੋਭ ਤੈਂ ਕਾਲ ਹੈ। ਜਿੱਥੇ ਲਾਲਚ ਹੋਏਗਾ ਉੱਥੇ ਅੰਦਰੋਂ ਮੌਤ ਜ਼ਰੂਰ ਹੁੰਦੀ ਹੈ। ਜਦੋਂ ਬੰਦਾ ਲਾਲਚ ਕਰਦਾ ਭਰਾ ਪ੍ਰਤੀ, ਇੱਕ ਮਾਲਕ ਆਪਣੇ ਕਸਟਮਰ ਪ੍ਰਤੀ, ਉਦੋਂ ਉਹਦੇ ਅੰਦਰੋਂ ਉਹਦੀ ਜ਼ਮੀਰ ਮਰ ਚੁੱਕੀ ਹੁੰਦੀ ਹੈ। ਲਾਲਚ ਬੰਦੇ ਨੂੰ ਅੰਦਰੋਂ ਮਾਰਦਾ, ਬਾਹਰੋਂ ਲਾਸ਼ ਤੁਰੀ ਫਿਰਦੀ ਹੈ। ਜਹ ਲੋਭ ਤਹ ਕਾਲ ਹੈ। ਕਾਲ ਆਪਾਂ ਕਹਿੰਦੇ ਮੌਤ ਆ ਗਈ ਹੈ। ਸਰੀਰ ਦੀ ਮੌਤ ਤੇ ਕਿਸੇ ਦੀ 70 ਸਾਲ ਬਾਅਦ ਆਉਣੀ ਹੈ, ਕਿਸੇ ਦੀ 80 ਸਾਲ, ਕੋਈ 90 ਜੀਉ ਜਾਏਗਾ, ਕੋਈ 100 ਭੋਗ ਜਾਏਗਾ। ਪਰ ਪਾਤਸ਼ਾਹ ਕਹਿੰਦੇ ਨੇ, ਬੰਦਾ ਅੰਦਰੋਂ ਤੇ ਬੜੀ ਦੇਰ ਦਾ ਮਰਿਆ ਹੋਇਆ ਹੈ, ਅੰਦਰੋਂ ਤਾਂ ਬੜੀ ਦੇਰ ਦਾ ਖਤਮ ਹੈ। ਯਾਦ ਰੱਖਣਾ, ਇੱਕੋ ਇਨਸਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਪੰਛੀਆਂ ਦੀਆਂ, ਨਦੀਆਂ ਦੀਆਂ, ਨਾਲਿਆਂ ਦੀਆਂ, ਸਮੁੰਦਰਾਂ ਦੀਆਂ ਐਗਜ਼ਾਮਪਲਾਂ ਦਿੱਤੀਆਂ ਨੇ। ਉਹਨਾਂ ਨੂੰ ਸਮਝਾਉਣ ਲਈ ਨਹੀਂ, ਬੰਦੇ ਨੂੰ ਸਮਝਾਉਣ ਲਈ। ਇੱਕੋ ਬੰਦੇ ਨੂੰ ਸਮਝਾਉਣ ਲਈ। ਡੱਡੂ ਦੀ ਉਦਾਹਰਨ ਬੰਦੇ ਨੂੰ ਸਮਝਾਉਣ ਲਈ, ਮੇਂਢਕ ਦੀ ਉਦਾਹਰਨ ਬੰਦੇ ਨੂੰ ਸਮਝਾਉਣ ਲਈ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਐਸੇ ਮੇਰਾ ਮਨ, ਗੱਲ ਮਨ ਦੀ ਕੀਤੀ, ਨਾ ਮੇਂਢਕ ਦਾ ਲਿਆ। ਹੁਣ ਖੂਹ ਦੇ ਡੱਡੂ ਨੂੰ ਕੀ ਪਤਾ ਵੀ ਸਮੁੰਦਰ ਕੀ ਹੁੰਦਾ ਹੈ ਭਲਾ? ਜਿਹੜਾ ਹੈ ਖੂਹ ਦਾ ਡੱਡੂ, ਉਹਨੂੰ ਸਮੁੰਦਰ ਬਾਰੇ ਕੀ ਨੌਲੇਜ ਹੈ ਜੀ? ਅਤੇ ਕੋਈ ਖੂਹ ਦੇ ਮੇਂਢਕ ਦੇ ਲਾਗੇ ਕੋਈ ਸਮੁੰਦਰ ਦਾ ਮੇਂਢਕ ਆਣ ਕੇ ਗੱਲ ਕਰ ਵੀ ਦੇਵੇ ਕਿ ਆ ਮੈਂ ਤੈਨੂੰ ਸਮੁੰਦਰ ਵਿਖਾ ਕੇ ਲਿਆਵਾਂ, ਉਹ ਕਹੇਗਾ ਕਿੱਡਾ ਕੁ ਵੱਡਾ ਹੋਏਗਾ ਸਮੁੰਦਰ? ਉਹ ਛਾਲ ਮਾਰ ਕੇ ਆਂਦਾ ਏਡਾ ਵੱਡਾ? ਕਹਿੰਦਾ ਨਹੀਂ ਨਹੀਂ, ਤੂੰ ਸਾਰੀ ਜ਼ਿੰਦਗੀ ਛਾਲਾਂ ਮਾਰਦਾ ਰਹਿ, ਤੇਰੇ ਕੋਲੋਂ ਸਮੁੰਦਰ ਦਾ ਥਾ ਨਹੀਂ ਪੈਣਾ, ਸਮੁੰਦਰ ਬਹੁਤ ਵੱਡਾ ਹੈ। ਕੂਪ ਭਰਿਓ, ਖੂਹ ਭਰਿਆ, ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ। ਜਿੱਦਾਂ ਖੂਹ ਭਰਿਆ ਹੋਵੇ ਡੱਡੂਆਂ ਦਾ, ਉਹਨਾਂ ਵਾਸਤੇ ਇਸ ਖੂਹ ਦਾ ਪਾਣੀ ਸਾਰੀ ਦੁਨੀਆ, ਇਹ ਤੋਂ ਗਾਂ ਦੁਨੀਆ ਖਤਮ ਹੈ, ਉਹਦੇ ਤੋਂ ਅੱਗੇ ਦੁਨੀਆ ਹੈ ਨਹੀਂ। ਕਹਿੰਦੇ ਐਸੇ ਮੇਰਾ ਮਨ ਵਿਖਿਆ ਬਿਮੋਇਆ। ਇੱਦਾਂ ਸਾਡਾ ਮਨ ਵੀ ਜ਼ਹਿਰ 'ਚ ਵਿਖਿਆ 'ਚ ਫਸਿਆ ਪਿਆ, ਕਛ ਆਰਾ ਪਾਰ ਨਾ ਸੂਝ। ਸਾਨੂੰ ਇਹ ਤੋਂ ਅੱਗੇ ਪਤਾ ਹੀ ਕੱਖ ਨਹੀਂ, ਬਸ ਸਾਡੀ ਜ਼ਿੰਦਗੀ ਇਹੋ ਹੀ ਹੈ। ਤੁਸੀਂ ਵੇਖੋ, ਕਈ ਬੰਦੇ ਜਿਨ੍ਹਾਂ ਨੂੰ ਮਾੜੀ ਮੋਟ ਗੁਰਮਤਿ ਦੀ ਸੋਝੀ ਹੋਏਗੀ, ਉਹ ਕੌਮ ਪ੍ਰਤੀ, ਸਮਾਜ ਪ੍ਰਤੀ ਚਿੰਤਾ ਕਰਨਗੇ, ਲੋਕ ਭਲਾਈ ਦੇ ਕੰਮ ਕਰਨਗੇ। ਇੱਕ ਬੰਦਾ ਆਪਣੇ ਘਰੋਂ ਕੰਮ 'ਤੇ ਜਾਂਦਾ, ਕੰਮ ਤੋਂ ਘਰ, ਘਰ ਤੋਂ ਕੰਮ, ਉਹਨੂੰ ਇਹ ਤੋਂ ਮਤਲਬ ਕੋਈ ਗੱਲ ਨਹੀਂ। ਅਤੇ ਯਾਦ ਰੱਖਣਾ, ਜਿੱਦਣ ਪਿਆਰਿਆ ਤੂੰ ਮਰਨਾ ਹੈ ਨਾ, ਬਸ ਉਦਣ ਹੀ ਮਰ ਜਾਣਾ, ਬਾਅਦ ਤੇਰਾ ਕਿਸੇ ਨੇ ਨਾਂ ਨਹੀਂ ਲੈਣਾ, ਕਿਉਂਕਿ ਤੂੰ ਆਪਣੇ ਪਰਿਵਾਰ ਤੋਂ ਬਿਨਾਂ ਦੂਜੇ ਦੀ ਜ਼ਿੰਦਗੀ ਜੂ ਕੇ ਵੇਖੀ ਨਹੀਂ। ਅਗਲਿਆਂ ਨੇ ਤੇਰੇ ਤੋਂ ਕੀ ਲੈਣਾ? ਤੂੰ ਜਿੰਨਾ ਮਰਜ਼ੀ ਅਮੀਰ ਹੋਵੇ, ਧਨਾੜ ਹੋਵੇ, ਤੈਨੂੰ ਕਿਹਨੇ ਪੁੱਛਣਾ? ਭਗਤ ਪੂਰਨ ਸਿੰਘ ਆਪਣੇ ਲਈ ਜ਼ਿੰਦਗੀ ਜਿਉਂਦੇ ਸੀ। ਭਗਤ ਪੂਰਨ ਸਿੰਘ ਵਰਗੇ ਅੱਜ ਵੀ ਜਿਉਂਦੇ ਨੇ। ਇੱਥੇ 4-4 ਪੁੱਤਰਾਂ ਦੇ ਬਾਪ ਜਿੱਦਣ ਮਰਦੇ ਉਦਣ ਹੀ ਮਰ ਜਾਂਦੇ ਨੇ। ਕਿਉਂ? ਕਿਉਂਕਿ ਕਹਿੰਦੇ ਅਸੀਂ, ਲੋਕ ਕਹਿੰਦੇ ਅਸੀਂ ਇਹ ਤੋਂ ਕੀ ਲੈਣਾ ਹੈ? ਆਪਣੇ ਪੁੱਤਰਾਂ ਲਈ ਕੀਤਾ, ਸਾਡੇ ਲਈ ਕੀਤਾ ਹੈ। ਅਤੇ ਪੁੱਤਰ ਅੱਗੇ ਸਮਾਂ ਪਾ ਕੇ ਉਹ ਵੀ ਭੁੱਲ ਜਾਂਦੇ ਨੇ। ਭਗਤ ਪੂਰਨ ਸਿੰਘ ਵਰਗੇ ਯੋਧਿਆਂ ਨੇ ਆਪਣੇ ਲਈ ਨਹੀਂ, ਉਹਨਾਂ ਬਜ਼ੁਰਗਾਂ ਦੇ ਮੂੰਹ 'ਚ ਦੁੱਧ ਬ੍ਰੈਡ ਪਾਏ ਸੀ ਜਿਨ੍ਹਾਂ ਨਾਲ ਉਹਨਾਂ ਦਾ ਖੂਨ ਦਾ ਰਿਸ਼ਤਾ ਨਹੀਂ ਸੀ। ਤੇਰਾ ਤੇ ਪਸ਼ੂਆਂ ਦਾ ਇੱਕ ਫਰਕ ਹੈ। ਜੇ ਤੂੰ ਕਵੇਂ ਮੈਂ ਆਪਣੇ ਬੱਚਿਆਂ ਲਈ ਇੰਨਾ ਕਰਦਾ, ਇਹਨਾਂ ਦੇ ਪੰਛੀਆਂ ਨੂੰ ਵੀ ਚਿੰਤਾ ਹੈ। ਅੱਜ ਜਦੋਂ ਸਰਦੀਆਂ ਆਉਣ ਵਾਲੀਆਂ ਹੁੰਦੀਆਂ, ਕਦੀ ਪੰਛੀਆਂ ਨੂੰ ਵੇਖਿਓ, ਉਹਨਾਂ ਨੇ ਵੀ ਚੁੰਝ ਤੀਲੇ ਡਾਏ ਹੁੰਦੇ ਨੇ। ਇੱਦਾਂ
ਉਹ ਵੀ ਤੀਲੇ ਇਕੱਠੇ ਕਰ ਕਰਕੇ ਨਾ ਇੱਦਾਂ ਆਪਣਾ ਆਲ੍ਹਣਾ ਬਣਾਉਣਾ ਸ਼ੁਰੂ ਕਰ ਦਿੰਦੇ ਨੇ। ਜੇ ਤੈਨੂੰ ਸਰਦੀਆਂ ਗਰਮੀਆਂ ਦਾ ਫਿਕਰ ਹੈ, ਤੈਨੂੰ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਵਰਦੀਆਂ ਦਾ ਫਿਕਰ, ਇੰਨੀ ਕੁ ਟੈਨਸ਼ਨ ਤਾਂ ਪੰਛੀਆਂ ਨੂੰ ਵੀ ਹੈਗੀ ਹੈ। ਪਰ ਤੂੰ ਤੇ ਮਨੁੱਖ ਸੀ ਨਾ, ਤੂੰ ਤੇ ਲੋਕਾਂ ਦਾ ਭਲਾ ਕਰਨਾ ਸੀ, ਪਰਉਪਕਾਰ ਕਰਨਾ ਸੀ, ਤੂੰ ਕਿਸੇ ਦੀ ਬਾਂਹ ਫੜਨੀ ਸੀ। ਸ਼ਾਮਾਂ ਨੂੰ ਤੂੰ ਘਰ ਆਵੇਂ, ਤੇਰੇ ਬੱਚੇ ਪੁੱਛਦੇ, ਤੇਰੀ ਪਤਨੀ ਪੁੱਛਦੀ, ਸਰਦਾਰ ਜੀ ਤੁਸੀਂ ਲੇਟ ਕਿਉਂ ਹੋ ਗਏ, ਤੇ ਤੂੰ ਮਾਣ ਨਾ ਦੱਸਦਾ ਅੱਜ ਮੈਂ ਕਿਸੇ ਮਰੀਜ਼ ਦੀ ਹੌਸਪੀਟਲ 'ਚ ਹੈਲਪ ਕਰਕੇ ਆਇਆ, ਉੱਥੇ ਟਾਈਮ ਦੇ ਕੇ ਆਇਆ, ਮਦਦ ਕਰਕੇ ਆਇਆ, ਸਵੇਰੇ ਫੇਰ ਖਾਣਾ ਬਣਾ ਦੀ, ਮੈਂ ਮਰੀਜ਼ ਦੀ ਰੋਟੀ ਲੈ ਕੇ ਜਾਣੀ ਹੈ। ਕੌਣ ਹੈ? ਮੈਂ ਜਾਣਦਾ ਨਹੀਂ ਉਹਨੂੰ, ਰਾਹ 'ਚ ਮਿਲਿਆ ਸੀ ਮੈਨੂੰ, ਮੈਂ ਉਹਦੀ ਹੈਲਪ ਕਰ ਰਿਹਾ। ਅੱਜ ਦੀਵਾਲੀ ਹੈ, ਸਾਰੇ ਪਟਾਕੇ ਚਲਾ ਰਹੇ ਨੇ। ਬੱਚਿਆਂ ਨੇ ਪੁੱਛਿਆ ਡੈਡੀ ਤੁਸੀਂ ਲੇਟ ਹੋ ਗਏ, ਕਹਿੰਦਾ ਅੱਜ ਮੈਂ ਕਿਸੇ ਗਰੀਬ ਪਰਿਵਾਰ, ਲੋੜਵੰਦ ਪਰਿਵਾਰ ਨੂੰ ਸਕੂਲ ਦੀ ਵਰਦੀ ਤੇ ਫੀਸ ਦੇ ਕੇ ਆਇਆ। ਪਰਿਵਾਰ ਦੇ ਚਿਹਰੇ ਤੇ ਮੁਸਕਰਾਹਟ ਹੈ, ਸ਼ੁਕਰ ਹੈ ਅਸੀਂ ਚੰਗਾ ਕੰਮ ਕਰਨ ਲੱਗ ਪਏ ਹਾਂ। ਹੱਸਣ ਵਿੱਚ ਫਰਕ ਹੈ। ਬੇਈਮਾਨੀ ਕਰਕੇ ਵੀ ਘਰ 'ਚ ਝੂਠਾ ਹਾਸਾ ਹੱਸਿਆ ਜਾ ਸਕਦਾ ਹੈ, ਕਿਸੇ ਦਾ ਸਵਾਰ ਕੇ ਵੀ ਘਰ 'ਚ ਹੱਸਿਆ ਜਾ ਸਕਦਾ ਹੈ। ਪਰ ਜਿਹੜਾ ਇਹ ਹਾਸਾ ਹੈ ਇਹ ਤੁਹਾਨੂੰ ਠੀਕ ਕਰਦਾ ਹੈ। ਅੱਜ ਬਿਮਾਰੀਆਂ ਕਿਉਂ ਨੇ? ਸੋਚਣ ਨਾਲ। ਯਾਦ ਰੱਖਣਾ, ਤੁਹਾਡੇ ਵਿੱਚੋਂ ਕੋਈ ਡਾਕਟਰ ਵੀਰ ਬੈਠਾ ਹੋਏਗਾ, ਉਹਨਾਂ ਨੂੰ ਤਾਂ ਜ਼ਿਆਦਾ ਨੌਲੇਜ ਹੈ। ਜਦੋਂ ਬੰਦੇ ਦੇ ਤਨ ਨੂੰ ਬਿਮਾਰੀਆਂ ਲੱਗਦੀਆਂ ਨੇ, ਪਹਿਲਾਂ ਮਨ ਰੋਗੀ ਹੁੰਦਾ ਹੈ। ਮਨ ਰੋਗੀ ਹੋਏਗਾ, ਤਨ ਰੋਗੀ ਹੋਏਗਾ। ਅਤੇ ਜਦੋਂ ਬੰਦੇ ਦੇ ਤਨ ਨੇ ਠੀਕ ਹੋਣਾ, ਪਹਿਲਾਂ ਮਨ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਵੇਖਿਆ ਸਿਆਣੇ ਡਾਕਟਰ ਜਿਹੜੇ ਬਹੁਤ, ਉਹ ਕਹਿੰਦੇ ਹਰ ਗੱਲ 'ਤੇ ਮੈਡੀਸਨ ਨਾ ਦਿਓ, ਮਨ ਨੂੰ ਸਟਰੋਂਗ ਕਰੋ, ਮਨ ਦੀ ਪਾਵਰ ਵਧਾਓ। ਮਨ ਬਲਵਾਨ ਹੈ, ਤੁਸੀਂ ਬਿਮਾਰੀਆਂ ਨਾਲ ਜੂਝ ਸਕਦੇ ਹੋ। ਤੁਹਾਡੇ ਬੰਦੇ ਕੋਲ ਤਾਂ ਐਡੀ ਵੱਡੀ ਤਾਕਤ ਹੈ, ਮਨ ਐਡੀ ਵੱਡੀ ਬੰਦੇ ਕੋਲ ਜਾਇਦਾਦ ਹੈ। ਜੇ ਬੰਦਾ ਰੋਜ਼, ਤੁਸੀਂ ਬਿਮਾਰ ਹੋ, ਤੁਸੀਂ ਰੋਜ਼ ਆਪਣੇ ਆਪ ਨੂੰ ਕਹਿਣ ਲੱਗ ਪਓ ਮੈਂ ਕੱਲ੍ਹ ਨਾਲੋਂ ਠੀਕ ਹਾਂ, ਮੈਂ ਕੱਲ੍ਹ ਨਾਲੋਂ ਠੀਕ ਹਾਂ, ਤੁਹਾਡੀ ਬੋਡੀ ਵਿੱਚ ਹੀ ਇੰਨੀ ਐਨਰਜੀ ਪੈਦਾ ਹੋ ਜਾਣੀ ਹੈ, ਤੁਸੀਂ ਬਿਮਾਰੀ ਨਾਲ ਲੜ ਸਕਦੇ ਹੋ। ਜੇ ਤੁਸੀਂ ਹਰ ਵਕਤ ਢਹਿੰਦੀ ਕਲਾ ਦੀਆਂ ਗੱਲਾਂ ਕਰਨੀਆਂ, ਨਹੀਂ ਹੁਣ ਨਹੀਂ ਗੱਲ ਬਣਨੀ, ਬਸ ਖਤਮ ਆ ਕਹਾਣੀ, ਅਤੇ ਤੁਹਾਡੀ ਬੋਡੀ ਕਦੀ ਵੀ ਨਹੀਂ ਤੁਰ ਸਕਦੀ। ਤੁਸੀਂ ਕਦੀ ਵੀ ਐਨਰਜੀ ਲੈ ਕੇ ਸਮਾਜ ਵਿੱਚ ਜ਼ਿੰਦਗੀ ਨਹੀਂ ਜੂ ਸਕਦੇ। ਐਵੇਂ ਥੋੜ੍ਹਾ ਭਗਤ ਕਬੀਰ ਜੀ ਨੇ ਆਖਿਆ ਸੀ, ਜਦੋਂ ਤੂੰ ਸਵੇਰੇ ਬੈੱਡ ਤੋਂ ਉੱਠਦਾ ਹੈ, ਸਾਡਾ ਸਭ ਤੋਂ ਪਹਿਲਾ ਵਾਹ ਕਿਹਦੇ ਨਾਲ ਪੈਂਦਾ ਜੀ ਭਲਾ? ਜੋ ਆਪਾਂ ਸਵੇਰੇ ਆਪਣੇ ਬੈੱਡ ਤੋਂ ਉੱਠਦੇ ਹਾਂ। ਹੁਣ ਮਾਂ ਕਹੇਗੀ ਮੇਰੇ ਬੱਚਿਆਂ ਨਾਲ ਵਾਹ ਪੈਂਦਾ, ਮੈਂ ਉਹਨਾਂ ਨੂੰ ਤਿਆਰ ਕਰਨਾ ਹੁੰਦਾ ਹੈ। ਇੱਕ ਬੰਦਾ ਕਹੇਗਾ ਜੀ ਮੇਰਾ ਤੇ ਮੈਂ ਤਿਆਰ ਹੋ ਕੇ ਆਪਣੇ ਆਫਿਸ, ਆਪਣੇ ਕੰਮ 'ਤੇ ਜਾਣਾ ਹੁੰਦਾ ਹੈ। ਸਾਡਾ ਸਭ ਤੋਂ ਪਹਿਲਾ ਵਾਹ ਕਿਹਦੇ ਨਾਲ ਪੈਂਦਾ? ਮੰਮਾ ਮਨ ਸਿਉ ਕਾਜ ਹੈ। ਸਾਡਾ ਪਹਿਲਾ ਕਾਜ ਆਪਣੇ ਮਨ ਨਾਲ ਹੈ। ਜੇ ਤੁਹਾਡਾ ਮਨ ਤਗੜਾ, ਸਭ ਤੋਂ ਪਹਿਲਾਂ ਤੁਹਾਡੇ ਮਨ ਨਾਲ ਵਾਹ ਪੈਣਾ ਤੁਹਾਡਾ। ਕਦੀ ਤਜਰਬਾ ਕਰਕੇ ਵੇਖਿਓ। ਘਰ ਦੇ ਵਿੱਚ ਇਕੱਲੀ ਬੀਬੀ ਹੈ, ਉਹਨੇ ਖਾਣਾ ਤਿਆਰ ਕਰਨਾ, ਉਹਦੇ ਕੋਲ ਆਪਸ਼ਨ ਕੋਈ ਨਹੀਂ, 101 ਫੀਵਰ ਹੈ ਉਹਨੂੰ, ਉਹਦੇ ਕੋਲ ਕੋਈ ਆਪਸ਼ਨ ਨਹੀਂ ਹੈ। ਜੇ ਉਹਦਾ ਮਨ ਸਟਰੋਂਗ ਹੈ, ਉਹਨੂੰ ਪਤਾ ਆਪਸ਼ਨ ਕੋਈ ਨਹੀਂ, ਉਹਨੇ 101 ਫੀਵਰ ਦੇ ਵਿੱਚ ਵੀ ਖਾਣਾ ਬਣਾ ਲੈਣਾ ਹੈ, ਕਿਉਂਕਿ ਉਹਦੇ ਕੋਲ ਆਪਸ਼ਨ ਕੋਈ ਨਹੀਂ ਹੈਗੀ ਵੀ ਕੋਈ ਦੂਜਾ ਹੈਲਪ ਕਰੂਗਾ, ਮੈਨੂੰ ਆਪ ਕਰਨਾ ਪੈਣਾ। ਜੇ ਉਹਦੇ ਕੋਲ ਆਪਸ਼ਨ ਹੈ, ਫਿਰ ਉਹਨੇ ਆਪਣੇ ਮਨ ਨੂੰ ਇੱਦਾਂ ਮੈਸੇਜ ਦੇਣਾ, ਕੋਈ ਨਹੀਂ ਮੈਂ ਨਾ ਕੀਤਾ ਦਰਾਣੀ ਨੇ ਕਰ ਲੈਣਾ, ਮੈਂ ਨਾ ਕੀਤਾ ਜਠਾਣੀ ਨੇ ਕਰ ਲੈਣਾ। ਫਿਰ ਤੁਹਾਡੀ ਬੋਡੀ 'ਚ ਤਾਕਤ ਨਹੀਂ ਆਉਣੀ, ਫਿਰ ਤੁਸੀਂ ਲੰਮੇ ਪੈ ਜਾਣਾ, ਤੁਸੀਂ ਕਹਿਣਾ ਰੈਸਟ ਕਰ ਲਓ। ਇੱਦਾਂ ਹੀ ਬੰਦਾ ਹੈ, ਪਤਾ ਹੈ ਕਿ ਮੈਨੂੰ ਆਪਣੇ ਆਫਿਸ ਜਾਣਾ ਹੀ ਪੈਣਾ ਹੈ, ਨਾ ਗਿਆ ਤਾਂ ਮੈਨੂੰ ਘਾਟਾ ਪੈਣਾ, ਮੈਨੂੰ ਕਸਟਮਰ ਉਡੀਕ ਰਿਹਾ ਹੈ, ਮੈਂ ਡੀਲ ਕੀਤੀ ਹੈ ਕੋਈ, ਮੈਂ ਆਪਣਾ ਬਿਜ਼ਨਸ ਅੱਗੇ ਲੈ ਕੇ ਜਾਣਾ। ਫਿਰ ਬੰਦਾ ਆਪਣੀ 101-2 ਫੀਵਰ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਆਪਸ਼ਨ ਕੋਈ ਨਹੀਂ ਹੈਗੀ ਵੀ ਮੇਰੇ ਤੋਂ ਬਿਨਾਂ ਕੋਈ ਦੂਜਾ ਉੱਥੇ ਜਾ ਨਹੀਂ ਸਕਦਾ। ਇਹਦਾ ਮਤਲਬ ਸਾਰੀ ਖੇਡ ਤੁਹਾਡੀ ਆਪਣੀ ਹੈ। ਜਦੋਂ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੀ ਮਨ ਦੇ ਉੱਤੇ ਚਰਚਾ ਨਾ, ਅੱਜ ਲੋਕ ਮਨ ਦੀਆਂ ਇਹਨਾਂ ਸਥਿਤੀਆਂ ਨੂੰ ਸਮਝਣ ਵਾਸਤੇ ਸੈਮੀਨਾਰ ਅਟੈਂਡ ਕਰਦੇ ਫਿਰਦੇ ਨੇ, ਡਾਕਟਰਾਂ ਕੋਲ ਸਲਾਹਾਂ ਲੈਂਦੇ ਫਿਰਦੇ ਨੇ, ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਕੇ। ਜੇ ਅਸੀਂ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਦੀ ਬਜਾਏ ਵਿਚਾਰਨਾ ਸ਼ੁਰੂ ਕਰੀਏ। ਇੱਕ ਸ਼ਬਦ ਰੋਜ਼ ਪੜ੍ਹੋ, ਉਹਨੂੰ ਵਿਚਾਰੋ, ਇੱਕ ਸ਼ਬਦ ਪੜ੍ਹੋ, ਉਹਨੂੰ ਵਿਚਾਰੋ, ਮੰਥਨ ਕਰੋ ਕਿ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ। ਮੰਮਾ ਮਨ ਸਿਉ ਕਾਜ ਹੈ। ਮਨ ਸਾਧੇ, ਮੈਂ ਵੇਖੋ ਅੱਧੀ ਤੁਕ ਪਤਾ ਕਿਉਂ ਬੋਲਦਾ, ਅੱਧੀ ਤੁਸੀਂ ਪੂਰੀ ਕਰੋ ਅੱਗੋਂ। ਮਨ ਸਾਧੇ ਸਿੱਧ ਹੋਏ। ਸਾਧ ਸੰਗਤ ਜੀ, ਮੇਰੀ ਆਦਤ ਹੈ ਜਦੋਂ ਮੈਂ ਬਾਣੀ ਦੀ ਵਿਆਖਿਆ ਕਰਦਾ ਨਾ, ਮੈਂ ਅੱਧੀਆਂ ਤੁਕਾਂ ਬੋਲਦਾ ਨਾ, ਵੀ ਅੱਧੀਆਂ ਅੱਗੇ ਤੁਸੀਂ ਬੋਲੋ। ਜਿਵੇਂ ਆਮ ਨਹੀਂ ਹੁੰਦਾ ਵੀ ਕੋਈ ਗਾਣਾ ਬੋਲੇ, ਜਿਵੇਂ ਸਾਡੀ ਆਮ ਆਦਤ ਹੈ ਵੀ ਕੋਈ ਗਾਣਾ ਚੱਲਦਾ ਹੋਵੇ ਅਤੇ ਅਸੀਂ ਗਾਣੇ ਦੇ ਅਗਲੇ ਬੋਲ ਆਪੇ ਬੋਲੀ ਜਾਂਦੇ ਹਾਂ, ਕਿਉਂਕਿ ਸਾਨੂੰ ਗਾਣਾ ਸੁਣ ਕੇ ਯਾਦ ਹੈ। ਪਰ ਅਸੀਂ ਇੰਨੇ 100 ਸਾਲ ਪਹਿਲਾਂ ਬਾਣੀ ਉਚਾਰਨ ਕੀਤੀ, ਅਸੀਂ 2 ਤੁਕਾਂ ਵੀ ਮੂੰਹ ਜ਼ਬਾਨੀ ਯਾਦ ਨਹੀਂ ਕਰ ਸਕੇ। ਉਹਦੀ ਵਜ੍ਹਾ ਪਤਾ ਕੀ ਹੈ? ਖਾਲੀਆਂ ਪੰਡਾਲਾਂ 'ਚ ਕੀਰਤਨ ਹੋ ਜਾਂਦਾ ਹੈ।
ਕੀਰਤਨ ਕਈ ਵਾਰੀ ਥਮਲਿਆਂ ਤੇ ਚਾਦਰਾਂ ਨੂੰ ਸੁਣਾਇਆ ਜਾਂਦਾ, ਜਿਹਦੇ ਵਾਸਤੇ ਮੈਂ ਦੁਨੀਆ ਅੰਦਰ ਕੋਈ ਐਸਾ ਟੀਚਰ ਨਹੀਂ ਵੇਖਿਆ ਜਿਹਦੇ ਗਾੜੀ ਸਟੂਡੈਂਟ ਨਾ ਬੈਠਾ ਹੋਵੇ ਤੇ ਟੀਚਰ ਨੂੰ ਕਿਹਾ ਜਾਵੇ ਤੂੰ ਪੜ੍ਹਾ ਦੇ। ਤੁਸੀਂ ਵੇਖਿਆ ਹੋਵੇ ਤਾਂ ਦੱਸ ਦਿਓ। ਉੱਥੇ ਜੇ ਉਹਦੇ ਗਾੜੀ ਸਟੂਡੈਂਟ ਬੈਠਾ ਟੀਚਰ ਤਾਂ ਪੜ੍ਹਾਉਂਦਾ ਹੈ। ਡਾਕਟਰ ਤਾਂ ਇਲਾਜ ਕਰਦਾ ਜੇ ਉਹਦੇ ਕੋਲ ਮਰੀਜ਼ ਹੈ। ਗੁਰਬਾਣੀ ਦਾ ਕੀਰਤਨ ਵਿਚਾਰ ਮਨੁੱਖ ਲਈ ਸੀ, ਭਾਵੇਂ ਚਾਰ ਹੀ ਅੱਗੇ ਬੈਠਣ, ਉਹਨੂੰ ਸਮਝਾਇਆ ਜਾਂਦਾ, ਵਿਚਾਰਿਆ ਜਾਂਦਾ। ਜਿੱਦਣ ਅਸੀਂ ਗੁਰਦੁਆਰੇ ਸਿੱਖਣ ਦੀ ਭਾਵਨਾ ਨਾਲ ਆਵਾਂਗੇ ਨਾ, 10 ਦਿਨਾਂ ਵਿੱਚ ਹੀ ਸਾਡੇ 'ਚ ਫਰਕ ਪੈ ਜਾਏਗਾ। ਅੱਜ ਜਦੋਂ ਅਸੀਂ ਬੱਚਿਆਂ ਨੂੰ ਕਦੀ ਮਾਰਿਆ ਧਿਆਨ, ਨੌਜਵਾਨ ਪੀੜ੍ਹੀ ਗੁਰਦੁਆਰਿਆਂ 'ਚ ਕਿਉਂ ਨਹੀਂ ਹੈਗੀ? ਜਦੋਂ ਤੁਸੀਂ ਕਿਸੇ ਬੱਚੇ ਨੂੰ ਕਹਿੰਦੇ ਆ ਗੁਰਦੁਆਰੇ ਚੱਲ, ਕਦੀ ਕਾਰਨ ਲੱਭਾ? ਉਹਨਾਂ ਦਾ ਸਵਾਲ ਬੜਾ ਵਜ਼ਨਦਾਰ ਹੈ। ਜੋ ਅੱਗੇ ਇਹ ਕਹਿਣ ਤੁਸੀਂ ਇੰਨੇ ਸਾਲ ਗੁਰਦੁਆਰੇ ਗਏ, ਤੁਸੀਂ ਕੀ ਪ੍ਰਾਪਤ ਕੀਤਾ ਉੱਥੋਂ? ਤੁਸੀਂ ਜੋ ਗੱਲਾਂ ਸਿੱਖੀਆਂ ਸਾਨੂੰ ਸਮਝਾ ਦਿਓ। ਬੱਚਾ 5, 7, 10 ਸਾਲ ਸਕੂਲ ਜਾਂਦਾ ਅਤੇ ਉਹ ਕਿੰਨੀਆਂ ਗੱਲਾਂ ਸਾਨੂੰ ਦੱਸਦਾ। ਇਹਦਾ ਅਰਥ 5, 7, 10 ਸਾਲਾਂ 'ਚ ਉਹਨੇ ਸਕੂਲ ਵਿੱਚ ਜਾ ਕੇ ਕਿੰਨਾ ਕੁਝ ਆਪਣੇ ਆਪ ਨੂੰ ਚੇਂਜ ਕੀਤਾ ਹੈ, ਕਿੰਨਾ ਪੜ੍ਹਿਆ ਹੈ। ਅਤੇ ਆਪਾਂ ਤਾਂ ਕਹਿੰਦੇ ਸੀ ਇਹ ਤਾਂ ਗੁਰਦੁਆਰਾ ਹੈ ਜਿੱਥੋਂ ਮੈਂ ਸੋਝੀ ਲੈਣਾ ਸੀ। ਗੁਰਦੁਆਰੇ ਹੋਏ ਸੋਝੀ ਪਾਈ ਸੀ। ਮੈਂ ਤਾਂ ਗੁਰਦੁਆਰੇ ਸੋਝੀ ਲੈਣ ਆਇਆ ਸੀ, ਮੈਂ ਤਾਂ ਇੱਥੋਂ ਗਿਆਨ ਲੈਣ ਆਇਆ ਸੀ। 30 ਸਾਲ ਇੱਦਾਂ ਮਾਣ, ਮੈਨੂੰ 30 ਸਾਲ ਹੋ ਗਏ ਜਾਂਦੇ ਆ ਜੀ, ਮੈਨੂੰ 50 ਸਾਲ ਹੋ ਗਏ ਜੀ। ਗੱਲ ਇਹ ਨਹੀਂ ਕਿਸੇ ਨੇ ਵੇਖਣੀ ਵੀ ਤੈਨੂੰ ਕਿੰਨੇ ਸਾਲ ਜਾਂਦਿਆਂ ਹੋ ਗਏ ਨੇ, ਇਹ ਵੇਖਣਾ ਤੇਰੇ ਜੀਵਨ 'ਚ ਅਸਰ ਕੀ ਪਿਆ ਹੈ, ਤੇਰੀ ਜ਼ਿੰਦਗੀ ਜਿਉਣ ਦਾ ਤਰੀਕਾ ਕੀ ਆ, ਤੂੰ ਕਿਵੇਂ ਆਪਣੀ ਜ਼ਿੰਦਗੀ ਨੂੰ ਜਿਉਣਾ। ਇਹ ਸਤਿਗੁਰ ਦੀ ਬਾਣੀ ਮਹੱਤਵਪੂਰਨ ਗੱਲ ਦੱਸਦੀ ਹੈ। ਪਾਤਸ਼ਾਹ ਕਹਿੰਦੇ ਨੇ ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹ ਝੂਠ ਤਹ ਪਾਪ, ਜਹ ਲੋਭ ਤਹ ਕਾਲ ਹੈ। ਜਿੱਥੇ ਲਾਲਚ ਹੈ ਉੱਥੇ ਆਤਮਕ ਮੌਤ ਅਵੱਛ ਹੈ, ਜਹਾਂ ਖਿਮਾ ਤਹਾਂ ਆਪ। ਜਿੱਥੇ ਖਿਮਾ, ਜਿੱਥੇ ਸ਼ਾਂਤੀ, ਉੱਥੇ ਆਪ ਵਸਦਾ ਹੈ। ਤੋ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਗਿਆਨ ਜਪੋ ਮਨ ਮੇਰੇ। ਹੁਣ ਆਪਾਂ ਆਪਣੇ ਘਰ 'ਚ ਲੌਕ ਲਾਇਆ ਹੈ, ਆਪਾਂ ਚਾਬੀ ਨਾਲ ਖੋਲ੍ਹਦੇ ਹਾਂ ਨਾ, ਚੋਰ ਬਿਨਾਂ ਚਾਬੀ ਤੋਂ ਖੋਲ੍ਹ ਦਿੰਦਾ। ਗਿਆਨ ਤਾਂ ਫਿਰ ਉਹਦੇ ਕੋਲ ਸਾਡੇ ਤੋਂ ਵੱਧ ਹੈ, ਕਿਉਂਕਿ ਆਪਾਂ ਤਾਂ ਚਾਬੀ ਕੰਪਨੀ ਦੀ ਬਣਾਈ ਨਾਲ ਹੀ ਖੋਲ੍ਹਿਆ ਨਾ, ਅਤੇ ਚੋਰ ਨੇ ਤਾਂ ਬਿਨਾਂ ਚਾਬੀ ਤੋਂ ਲੌਕ ਖੋਲ੍ਹ ਦਿੱਤਾ। ਪਰ ਦੱਸਿਓ ਉਹਦਾ ਗਿਆਨ ਫਾਇਦੇਮੰਦ ਹੈ ਸਮਾਜ ਦੇ? ਬੋਲੋ ਭਾਈ, ਬੋਲੋ ਗੁਰੂ ਪਿਆਰਿਓ। ਤੁਸੀਂ ਹੰਗਾਰਾ ਨਹੀਂ ਭਰ ਰਹੇ, ਮੈਨੂੰ ਲੱਗਦਾ ਤੁਸੀਂ ਸੁਣ ਨਹੀਂ ਰਹੇ। ਮੇਰੀ ਇੱਕ ਆਦਤ ਆ, ਮੈਂ ਜਦੋਂ ਕਥਾ ਕਰਦਾ ਸਰੋਤੇ ਨਾਲ ਬੋਲਣ ਤਾਂ ਮਜ਼ਾ ਆਉਂਦਾ। ਨਹੀਂ ਤਾਂ ਇੱਦਾਂ ਲੱਗਦਾ ਟੀਚਰ ਹੁੰਦਾ ਨਾ ਕਲਾਸ 'ਚ, ਇਹ ਅਸਲ 'ਚ ਕਲਾਸ ਹੈ ਆਪਣੀ। ਇਹ ਗੁਰਮਤਿ ਦੀ ਕਲਾਸ ਹੈ ਜਿੱਥੇ ਸਟੂਡੈਂਟ ਆਪਾਂ ਸਾਰੇ ਹਾਂ, ਸਾਡੇ ਟੀਚਰ, ਸਾਡੇ ਅਧਿਆਪਕ, ਸਾਡੇ ਪ੍ਰਿੰਸੀਪਲ, ਸਾਡੇ ਉਸਤਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਜਦੋਂ ਅਸੀਂ ਇਸ ਭਾਵਨਾ ਨਾਲ ਆਏ, ਤੁਸੀਂ ਪੌੜੀਆਂ ਚੜ੍ਹਨ ਤੋਂ ਪਹਿਲਾਂ ਕੀ ਨਹੀਂ ਸੀ ਪਤਾ, ਅਤੇ ਪੌੜੀਆਂ ਉਤਰਨ ਤੋਂ ਬਾਅਦ ਜਦੋਂ ਤੁਸੀਂ ਘਰ ਜਾਓ ਕਹੋ ਅੱਜ ਮੈਂ 2 ਗੱਲਾਂ ਨਵੀਆਂ ਸਿੱਖ ਕੇ ਆਇਆ, ਅੱਜ ਮੈਨੂੰ ਇੱਕ ਗੱਲ ਦਾ ਨਵੀਂ ਦਾ ਪਤਾ ਲੱਗਾ। ਤੁਸੀਂ ਬੱਚੇ ਨੂੰ ਪੁੱਛਦੇ ਹੋ ਨਾ ਅੱਜ ਮੇਰਾ ਪੁੱਤਰ ਕੀ ਸਿੱਖਿਆ, ਅੱਜ ਮੇਰੀ ਧੀ ਸਕੂਲ 'ਚੋਂ ਕੀ ਪੜ੍ਹ ਕੇ ਆਈ ਹੈ, ਪੁੱਛਦੇ ਹੋ ਨਾ। ਅਤੇ ਜੇ ਉਹਨੂੰ ਕੁਝ ਫਰਕ ਨਾ ਪਵੇ, ਆਪਾਂ ਕਹਿੰਦੇ ਹਾਂ ਵੀ ਬੱਚੇ ਦੀ ਤਾਂ ਪੜ੍ਹਾਈ 'ਤੇ ਕੋਈ ਅਸਰ ਹੀ ਨਹੀਂ ਪੈ ਰਿਹਾ, ਉਹਨੂੰ ਸਮਝ ਹੀ ਨਹੀਂ ਆ ਰਹੀ ਕੁਝ। ਟੀਚਰ ਨਾਲ ਜਾ ਗੱਲ ਕਰਦੇ ਹੋ, ਕਲਾਸ ਇੰਚਾਰਜ ਨਾਲ ਗੱਲ ਕਰਦੇ ਹੋ, ਕਿਸੇ ਚੰਗੇ ਟਿਊਸ਼ਨ ਸੈਂਟਰ 'ਚ ਬੱਚੇ ਨੂੰ ਲੈ ਕੇ ਜਾਂਦੇ ਹੋ ਵੀ ਇਹਨੂੰ ਕੁਝ ਪਤਾ ਲੱਗੇ, ਇੰਨਾ ਖਰਚਾ ਕਰ ਰਹੇ ਹਾਂ। ਕਦੀ ਆਪਣੇ ਬਾਰੇ ਵੀ ਸੋਚਿਆ ਕਿ ਇੰਨੀਆਂ ਸੋਹਣੀਆਂ ਇਮਾਰਤਾਂ ਬਣ ਗਈਆਂ, ਮੈਂ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਵੀ ਮੈਨੂੰ 4 ਗੱਲਾਂ ਦਾ, ਉੱਥੇ ਰਾਹ ਜਾਂਦਿਆਂ ਮੈਨੂੰ ਕੋਈ ਪੁੱਛੇ, ਕੋਈ ਦੂਜੇ ਮਤ ਦਾ ਬੰਦਾ ਵੀ ਸਿੱਖੀ ਬਾਰੇ 10-20 ਗੱਲਾਂ ਮੈਨੂੰ ਦੱਸ, ਅਤੇ ਮੈਂ ਗੁਰਦੁਆਰੇ ਦੇ ਭਾਈ ਨੂੰ ਫੋਨ ਲਾ ਲਾਂ, ਪ੍ਰਚਾਰ ਨੂੰ, ਮੈਨੂੰ ਦੱਸਿਓ ਜੀ ਆਹ ਗੱਲ, ਆਹ ਕਿੱਦਾਂ। ਉਹ ਕਹੇ ਵੀ ਤੂੰ ਤੇ ਨਾ ਮੈਨੂੰ 50 ਸਾਲ ਹੋ ਗਏ ਗੁਰਦੁਆਰੇ ਆਉਂਦੇ ਆ। ਬੋਲੋ ਭਾਈ, ਵੀ ਜੇ ਤੂੰ ਨਹੀਂ 2 ਗੱਲਾਂ ਦੱਸਣ ਜੋਗਾ ਹੋ ਗਿਆ, ਪਰ ਤੂੰ ਨਿਸ਼ਾਨ ਸਾਹਿਬ ਐਵੇਂ ਫੜਿਆ ਸੀ ਪ੍ਰਭਾਤ ਫੇਰੀ ਦੇ ਅੱਗੇ, ਤੂੰ ਤੇ ਨਾ ਮੇਰੇ ਵਰਗਾ ਭਗਤ ਕੋਈ ਨਹੀਂ, ਮੇਰੇ ਵਰਗਾ ਸਿੱਖ ਕੋਈ ਨਹੀਂ। ਇਹ ਗੱਲਾਂ ਸਿੱਖ ਨੇ ਆਣ ਕੇ ਸਿੱਖਣਾ ਰੋਜ਼। ਇੱਥੇ ਗੁੱਸਾ ਨਾ ਮਨਾਇਓ, ਅਸੀਂ ਇੱਥੇ ਇਕੱਲੇ ਦਾਲ ਪ੍ਰਸ਼ਾਦੇ ਛਕਣ ਵਾਸਤੇ ਨਹੀਂ ਆਉਂਦੇ ਵੀ ਮੈਂ ਆਇਆ ਵੀ ਇੱਥੇ ਮੈਂ ਦਾਲ 'ਚ ਨੁਕਸ ਕੱਢਤਾ ਜੀ, ਪ੍ਰਸ਼ਾਦੇ ਕੱਚੇ ਸੀ, ਇੱਥੇ ਸਬਜ਼ੀ ਚੰਗੀ ਨਹੀਂ ਸੀ ਬਣੀ। ਨਾ 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 ਨਾ, ਇਹ ਤਾਂ ਬਾਅਦ ਵਿੱਚ ਹੈ। ਮੇਨ ਆ ਹੈ ਭੋਜਨ 2 ਕਿਸਮ ਦਾ ਹੈ, ਇੱਕ ਮਨ ਦਾ ਭੋਜਨ, ਇੱਕ ਤਨ ਦਾ ਭੋਜਨ। ਉਹ ਗੱਲਾਂ ਬਾਅਦ ਵਿੱਚ ਨੇ, ਪਹਿਲਾਂ ਮੇਨ ਇੱਥੇ ਹੈ। ਇੱਥੇ ਮੈਂ ਇੱਥੋਂ ਕੁਝ ਸਿੱਖਣਾ। ਜਿਹੜੇ ਬੱਚੇ ਟੌਪ 'ਤੇ ਜਾਂਦੇ ਆ ਨਾ, ਜਦੋਂ ਉਹ ਸਟੱਡੀ ਕਰਦੇ ਆ, ਉਹ ਰੁੱਖੀਆਂ ਮਿੱਸੀਆਂ ਖਾ ਕੇ ਵੀ ਜਦੋਂ ਪੜ੍ਹਦੇ ਆ, ਅਤੇ ਕਈ ਵਾਰੀ ਗਿਲਾ ਵੀ ਆਉਂਦਾ ਨਾ ਮਨ 'ਚ ਵੀ ਮੈਂ ਘਰ ਚੰਗੀ ਪੜ੍ਹੀ ਵਧੀਆ ਰੋਟੀ ਖਾਣਾ, ਆ ਮੈਂ ਪੀਜੀ 'ਚ ਰਹਿ ਰਹੀ ਹਾਂ ਜਾਂ ਪੀਜੀ 'ਚ ਰਹਿ ਰਿਹਾ, ਮੈਂ ਹੋਸਟਲ 'ਚ ਰਹਿ ਰਿਹਾ। ਹੁਣ ਜਦੋਂ ਬੱਚੇ ਹੋਸਟਲਾਂ 'ਚ ਰਹਿੰਦੇ ਆ, ਘਰ ਵਰਗਾ ਸਹੂਲਤ ਥੋੜ੍ਹਾ ਮਿਲਦੀ ਉੱਥੇ। ਪਰ ਬੱਚੇ ਨੂੰ ਆਪਾਂ ਕਿੱਦਾਂ ਸਮਝਾਉਂਦੇ ਹਾਂ, ਪੁੱਤਰ ਹੁਣ ਕੀਤੀ ਮਿਹਨਤ, ਜਦੋਂ ਤੂੰ ਵੱਡਾ ਅਫਸਰ ਬਣਿਆ ਤੈਨੂੰ ਉਦੋਂ ਪਤਾ ਲੱਗਣਾ ਵੀ ਆਹ ਜਿਹੜੀਆਂ ਤੂੰ ਰੁੱਖੀਆਂ ਮਿੱਸੀਆਂ ਖਾ ਰਿਹਾ ਨਾ, ਇਹਦਾ ਬੈਨੀਫਿਟ ਤੈਨੂੰ ਉਦੋਂ ਜਾ ਕੇ ਆਉਣਾ ਹੈ। ਜੇ ਬੱਚੇ ਨੂੰ ਸਮਝਾ ਸਕਦੇ ਹਾਂ, ਅਤੇ ਇੱਥੇ ਕੀ ਆ,
ਇੱਥੇ ਵੀ ਤਾਂ ਇੱਦਾਂ, ਮੈਂ ਆਪਣੀ ਜ਼ਿੰਦਗੀ 'ਚ ਸਿੱਖਾਂ, ਉਤਰਾ ਚੜਾ ਜ਼ਿੰਦਗੀ ਚਾਹੁਣਗੇ, ਦੁੱਖ ਸੁੱਖ ਜ਼ਿੰਦਗੀ ਚਾਹੁਣਗੇ, ਮਹਾਰਾਜ ਮੈਂ ਉਹਨਾਂ ਦੁੱਖਾਂ ਸੁੱਖਾਂ ਦਾ ਡਟ ਕੇ ਮੁਕਾਬਲਾ ਕਰ ਸੁੱਖ ਵੇਲੇ ਉਛਲਾਂ ਨਾ, ਦੁੱਖ ਵੇਲੇ ਘਬਰਾਵਾਂ ਨਾ। ਹੁੰਦਾ ਇਹੋ ਹੀ ਹੈ ਨਾ ਵੀ ਸੁੱਖ ਵੇਲੇ ਬੰਦਾ ਉਛਲ ਜਾਂਦਾ ਅਤੇ ਦੁੱਖ ਵੇਲੇ ਉਲਾਮੇ ਦੇਣ ਲੱਗ ਪੈਂਦਾ। ਹੁਣ ਸਾਹਿਬ ਜੀ ਕਹਿੰਦੇ ਨੇ ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਆਪਾਂ ਰੋਜ਼ ਆਸਾ ਕੀ ਵਾਰ 'ਚ ਪੜ੍ਹਦੇ ਕੁੰਭੇ ਬੱਧਾ, ਸਾਰੇ ਬੋਲੋ ਇੱਕ ਵਾਰੀ ਗੱਜ ਕੇ, ਕੁੰਭੇ ਬੱਧਾ। ਕੁੰਭ ਕੀ ਹੈ ਜੀ? ਘੜਾ। ਤੇ ਘੜੇ ਨੇ ਕਿਹਨੂੰ ਬੰਨ੍ਹ ਕੇ ਰੱਖਿਆ? ਸਾਧ ਸੰਗਤ ਜੀ ਦਿਓ ਜਵਾਬ, ਪਾਣੀ ਨੂੰ। ਤੇ ਘੜਾ ਤਿਆਰ ਕਾਹਦੇ ਨਾਲ ਹੁੰਦਾ ਭਲਾ? ਸੁੱਕੀ ਮਿੱਟੀ ਦਾ ਘੜਾ ਬਣ ਸਕਦਾ ਜੀ ਕੁੰਭ? ਨਹੀਂ ਬਣ ਸਕਦਾ। ਜਦੋਂ ਕੁੰਭ ਤਿਆਰ ਕੀਤਾ ਜਾਂਦਾ ਪਹਿਲਾਂ ਉਹਦੇ ਵਿੱਚ ਪਾਣੀ ਪਾਇਆ ਜਾਂਦਾ, ਉਹਨੂੰ ਘੁਮਿਆਰ ਚੰਗੀ ਤਰ੍ਹਾਂ ਮਿੱਟੀ ਵਿੱਚ ਗੁੰਨਦਾ, ਗੁੰਨ ਕੇ ਪਾਣੀ ਨੂੰ ਐ ਤਿਆਰ ਕਰਕੇ ਫਿਰ ਚੱਕ 'ਤੇ ਲੈ ਕੇ ਜਾਂਦਾ, ਹੱਥਾਂ ਨਾਲ ਸੋਹਣਾ ਭਾਂਡਾ ਤਿਆਰ ਕਰਦਾ, ਫਿਰ ਉਹਨੂੰ ਅੱਗ ਦੇ ਉੱਤੇ ਰੱਖਦਾ, ਸੇਕ ਲਵਾਉਂਦਾ, ਲਾਲ ਹੁੰਦਾ, ਫਿਰ ਉਹਦੇ ਵਿੱਚ ਬਾਲਟੀ, 1.5 ਬਾਲਟੀ, 2 ਬਾਲਟੀਆਂ, ਜਿੰਨਾ ਪਾਣੀ ਪੈਂਦਾ ਉਹਦੀ ਲਿਮਟ ਮੁਤਾਬਕ ਉਹ 'ਚ ਪਾਣੀ ਪੈ ਜਾਂਦਾ। ਪਾਤਸ਼ਾਹ ਕਹਿੰਦੇ ਕੁੰਭੇ ਬੱਧਾ ਜਲ ਰਹਿ, ਕੁੰਭ ਨੇ ਜਲ ਨੂੰ ਬੰਨ੍ਹ ਕੇ ਰੱਖਿਆ ਤੇ ਜਲ ਬਿਨ, ਬੋਲੋ ਜੀ। ਸਾਨੂੰ ਆਦਤ ਨਹੀਂ ਅਸਲ 'ਚ ਇੱਦਾਂ ਬੋਲਣ ਦੀ ਨਾ, ਆਦਤ ਪਾਉਣੀ ਪੈਣੀ। ਜੇ ਹਫ਼ਤਾ ਕੁ ਲਗਾਤਾਰ ਆਪਾਂ ਲਾਗੇ ਫਿਰ ਪੈ ਜਾਣੀ ਆਦਤ, ਜਾਂ ਤਾਂ ਹਫ਼ਤਾ ਕੁ ਲਗਾਤਾਰ ਲਾ ਲਈਏ ਆਪਾਂ, ਆਦਤ ਪਾਉਣੀ ਪੈਣੀ ਹੈ। ਮੈਂ ਜਿੰਨੀਆਂ ਦੀਵਾਨਾਂ ਜਾਣਾ, ਮੇਰੀ ਕੋਸ਼ਿਸ਼ ਹੁੰਦੀ ਸੰਗਤ ਨਾਲ ਬੋਲੇ, ਆਪਾਂ ਹਾਜ਼ਰੀ ਵਿੱਚ ਲਵਾਈਏ। ਜਿੰਨੀ ਦੇਰ ਤੱਕ ਤੁਸੀਂ ਸ਼ਾਮਲ ਨਹੀਂ ਹੋਗੇ, ਜਿਹੜੇ ਇੰਟੈਲੀਜੈਂਟ ਸਟੂਡੈਂਟ ਹੁੰਦੇ ਆ ਨਾ, ਧਿਆਨ ਨਾਲ ਟੀਚਰ ਦੀ ਗੱਲ ਸੁਣਦੇ ਆ, ਉਹਨਾਂ ਨੂੰ ਟਿਊਸ਼ਨ ਰੱਖਣ ਦੀ ਲੋੜ ਨਹੀਂ ਪੈਂਦੀ, ਕਦੀ ਨੋਟ ਕਰਿਓ। ਉਹ ਟੀਚਰ ਦੀ ਨਾਲ ਗੱਲ ਨੂੰ ਹੀ ਕਵਰ ਕਰੀ ਜਾਂਦੇ ਆ। ਹਮੇਸ਼ਾ ਟਿਊਸ਼ਨਾਂ ਦੀ ਲੋੜ ਉਹਨਾਂ ਨੂੰ ਪੈਂਦੀ ਹੈ ਜਿਹੜਾ ਪਤਾ ਵੀ ਧਿਆਨ ਨਾਲ ਗੱਲ। ਜਿੱਦਣ ਅਸੀਂ ਆਪਣੇ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣ ਲਿਆ ਨਾ, ਸਾਨੂੰ ਕੋਈ ਉੱਥੇ ਬੰਦਾ ਬਾਂਹ ਫੜ ਕੇ ਕਵੇ ਨਾ ਆਹ ਗੱਲ ਕਿੱਦਾਂ, ਅਤੇ ਅਸੀਂ ਉਹਨੂੰ ਪੂਰੀ ਦੱਸਾਂਗੇ, ਭਾਈ ਮੇਰੇ ਸਤਿਗੁਰ ਦੀ ਬਾਣੀ ਆਹ ਕਹਿੰਦੀ ਹੈ। ਪਰਿਵਾਰ 'ਚ ਫੈਸਲਾ ਕਰਨ ਲੱਗਿਆ, ਜਾਇਦਾਦ ਵੰਡਣ ਲੱਗਿਆ, ਕਹੋਗੇ ਮੇਰੇ ਸਤਿਗੁਰ ਦੀ ਬਾਣੀ ਆਹ ਕਹਿੰਦੀ ਹੈ। ਸਾਡੀ ਰੋਜ਼ ਦੀ ਭਾਸ਼ਾ 'ਚ, ਰੋਜ਼ਮਰਾ ਦੀ ਜ਼ਿੰਦਗੀ 'ਚ ਬਾਣੀ ਆਉਣ ਲੱਗ ਪਵੇਗੀ। ਅਸੀਂ ਹਰ ਕੰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਤੁਸੀਂ ਸਮਝ ਕੇ ਪੜ੍ਹਨਾ ਸ਼ੁਰੂ ਕਰੋਗੇ, ਇੰਝ ਲੱਗੇਗਾ ਕੋਈ ਪੱਖ ਛੱਡਿਆ ਨਹੀਂ ਸਤਿਗੁਰ ਨੇ। ਕੋਈ ਵਿਸ਼ਾ ਐਸਾ ਨਹੀਂ ਜਿਹੜਾ ਮਹਾਰਾਜ ਨੇ ਬਾਣੀ ਵਿੱਚ ਲਿਖ ਕੇ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਬਖਸ਼ਿਸ਼ ਕੀਤਾ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ। ਇਹ ਮਨ ਨੇ ਕਾਹਦੇ ਨਾਲ ਵੱਜਣਾ ਜੀ? ਗਿਆਨ ਨਾਲ। ਤੇ ਗਿਆਨ ਕਿੱਥੋਂ ਮਿਲਣਾ ਹੈ? ਗੁਰ ਬਿਨ ਗਿਆਨ ਨਾ ਹੋਏ। ਮਨ ਹੁਣ ਮਨ ਵੱਜਦਾ ਨਹੀਂ। ਜਾਇਦਾਦ ਦੀ ਵੰਡ ਕਰਨ ਲੱਗੇ ਬੰਦਾ ਕਹਿੰਦਾ ਆਹ ਹੱਕ ਚੰਗਾ ਮੈਨੂੰ ਮਿਲ ਜੇ, ਵੱਧ ਮੈਂ ਲੈ ਲਾਂ, ਦੂਜੇ ਨੂੰ ਮਾੜਾ ਦੇ ਦਿਆਂ। ਇੱਦਾਂ ਹੁੰਦਾ ਨਾ ਜਦੋਂ ਗਿਆਨ ਨਹੀਂ ਹੈਗਾ। ਪਰ ਜਦੋਂ ਗਿਆਨ ਆ ਗਿਆ ਕਹਿੰਦਾ ਨਹੀਂ ਨਹੀਂ, ਇਹ ਕੰਮ ਨਹੀਂ ਕਰਨਾ, ਠੱਗੀ ਨਹੀਂ ਮਾਰਨੀ ਭਰਾ ਨਾਲ, ਨਾ ਨਾ, ਬਿਜ਼ਨਸ ਵਿੱਚ ਧੋਖਾ ਨਹੀਂ ਕਿਸੇ ਨਾਲ ਕਰਨਾ, ਨਾ ਧੋਖਾ ਕਰਕੇ ਰੋਟੀ ਨਹੀਂ ਖਾਣੀ। ਰੋਟੀ ਖਾਣੀ ਹੈ ਨਾ, ਸਹੀ ਕਿਰਤ ਕਰਕੇ ਰੋਟੀ ਖਾਣੀ ਹੈ। ਧਰਮ ਦੀ ਕਿਰਤ 'ਤੇ ਜ਼ੋਰ ਦਿੱਤਾ ਸਤਿਗੁਰੂ ਨੇ ਸਭ ਤੋਂ ਵੱਧ। ਜੇ ਕਿਰਤ ਕਰਨੀ ਧਰਮ ਦੀ, ਬੇਈਮਾਨੀ ਨਹੀਂ, ਠੱਗੀ ਨਹੀਂ। ਸੋਚ ਕੇ ਵੇਖੋ, ਜੇ ਸਾਰੇ ਦੁਨੀਆ ਦੇ ਮਨੁੱਖ ਇਸ ਰਾਹ ਦੇ ਉੱਤੇ ਤੁਰ ਪੈਣ, ਕਿਸੇ ਨੂੰ ਆਪਣੀ ਦੁਕਾਨ ਨੂੰ ਲੋਕ ਲਾਉਣ ਦੀ ਲੋੜ ਪਊ? ਇਹ ਜਿੰਦਰੇ ਕਿਹਨਾਂ ਵਾਸਤੇ ਮਾਰੇ ਜਾਂਦੇ ਨੇ? ਤੁਸੀਂ ਹੁਣ ਗੱਡੀ 'ਚ ਉਤਰੇ ਹੋਗੇ, ਗੱਡੀ ਨੂੰ ਲੋਕ ਲਾਇਆ ਹੋਏਗਾ, ਕਾਹਦੇ ਲਈ ਲਾਇਆ ਜਾਂਦਾ? ਵੀ ਕੋਈ ਮੇਰੀ ਗੱਡੀ 'ਚੋਂ ਸਮਾਨ ਚੱਕ ਕੇ ਨਾ ਲੈ ਜਾਏ। ਅਜੇ ਵੀ ਦੁਨੀਆ 'ਤੇ ਇੱਦਾਂ ਦੇ ਇਲਾਕੇ ਹੈਗੇ ਨੇ ਜਿੱਥੇ ਕੋਈ ਆਪਣੀ ਦੁਕਾਨ ਨੂੰ ਲੋਕ ਨਹੀਂ ਲਾਉਂਦਾ। ਤੁਸੀਂ ਬਿਲੀਵ ਕਰੋਗੇ? ਮੈਂ ਅੱਜ 2 ਦਿਨ ਪਹਿਲਾਂ ਰਾਏਪੁਰ ਗੱਲ ਕੀਤੀ ਸੀ, ਆਸਟ੍ਰੇਲੀਆ ਦੇ ਵਿੱਚ ਅਜੇ ਵੀ ਕੁਝ ਇਲਾਕੇ ਐਸੇ ਨੇ ਜਿੱਥੇ ਅਸੀਂ ਹਾਈਵੇ 'ਤੇ ਜਾ ਰਹੇ ਸੀ ਅਤੇ ਫਰੂਟ ਦੀਆਂ ਦੁਕਾਨਾਂ ਪਈਆਂ ਸੀ। ਇੱਦਾਂ ਬਾਹਰ ਫਾਰਮ ਦੇ ਵਿੱਚ ਫਰੂਟ ਪਿਆ ਲਾਗੇ, ਅਤੇ ਲਾਗੇ ਡਾਲਰ ਲਿਖੇ ਹੋਏ ਨੇ ਵੀ ਕਿਹੜਾ ਫਰੂਟ ਲੈਣਾ ਹੈ, ਲਾਗੇ ਡਾਲਰ ਕੀਮਤ ਲਿਖੀ ਹੋਈ ਵੀ ਇੰਨੇ ਦਾ ਫਰੂਟ ਆ। ਉੱਥੇ ਬੰਦਾ ਵੇਚਣ ਵਾਲਾ ਕੋਈ ਵੀ ਨਹੀਂ। ਅਸੀਂ ਜਾ ਰਹੇ ਸੀ ਗੱਡੀ 'ਤੇ, ਅਤੇ ਮੈਂ ਕਿਹਾ ਜੀ ਇੱਥੇ ਵੇਚਣ ਵਾਲਾ ਤਾਂ ਕੋਈ ਵੀ ਨਹੀਂ। ਕਹਿੰਦੇ ਇਮਾਨਦਾਰੀ ਜਿੰਦਾਬਾਦ, ਜਿਹਨੇ ਜਿੰਨਾ ਫਰੂਟ ਖਾਣਾ ਹੈ ਉਹਨੇ ਉਹਨਾਂ ਲੈ ਜਾਣਾ। ਜਿੰਨੇ ਡਾਲਰ ਲਿਖੇ ਨੇ ਉਹ ਲਾਗੇ ਗੋਲਕ ਜੀ ਪਈ ਹੈ, ਉਹ ਗੱਲਾ ਜਿਹਾ ਪਿਆ, ਉਹਦੇ 'ਚੋਂ ਪਾਈ ਜਾਂਦੇ ਨੇ। ਮੈਂ ਕਿਹਾ ਘਾਟਾ ਨਹੀਂ ਪੈਂਦਾ ਬੰਦੇ ਨੂੰ? ਗੋਰੇ ਦਾ ਸੀ ਉਹ। ਕਹਿੰਦੇ ਨਾ। ਮੈਂ ਕਿਹਾ ਕਿੱਦਾਂ? ਕਹਿੰਦੇ ਜਦੋਂ ਸ਼ਾਮ ਨੂੰ ਆਉਂਦਾ ਹੈ, ਸਵੇਰੇ ਉਹਨੇ ਫਰੂਟ ਰੱਖ ਜਾਣਾ 8-9 ਵਜੇ, ਸ਼ਾਮ ਨੂੰ 6-7 ਵਜੇ ਚੱਕ ਕੇ ਲੈ ਜਾਣਾ, ਜਿੰਨਾ ਲੋਕੀ ਲੈ ਕੇ, ਠੀਕ ਹੈ, ਬਾਕੀ ਉਹਨੇ ਕਲੋਜ਼ ਕਰ ਦੇਣਾ ਸਾਰਾ। ਕਹਿੰਦਾ ਉਹ ਆਪਣੇ ਮੂੰਹੋਂ ਕਹਿੰਦਾ ਕਦੀ $15 ਘੱਟ ਜਾਂਦੇ ਆ, ਅਗਲੇ ਦਿਨ 15-20 ਵੱਧ ਜਾਂਦੇ। ਜਾਨੀ ਕਿ ਜਿਸ ਬੰਦੇ ਕੋਲ ਡਾਲਰ ਨਹੀਂ ਸੀ ਹੈਗੇ, ਉਹ ਘਰ ਨੂੰ ਜਾ ਰਿਹਾ ਸੀ, ਉਹਨੇ ਉੱਥੋਂ ਫਰੂਟ ਚੱਕਿਆ, ਅਗਲੇ ਦਿਨ ਉਹਨੇ ਉਹਨੇ ਡਾਲਰ ਵੱਧ ਉਹਦੇ ਵਿੱਚ ਪਾ ਦਿੱਤੇ, ਘਾਟਾ ਪਿਆ ਹੀ ਨਹੀਂ। ਅਤੇ ਮੈਂ ਉਹ ਹੱਸ ਪਿਆ। ਮੈਂ ਕਿਹਾ ਜੇ ਇਹੋ ਫਰੂਟ ਅਸੀਂ ਇੰਡੀਆ ਦੇ ਵਿੱਚ ਕਿਤੇ ਦੁਕਾਨ ਲਾਉਣੀ ਹੋਵੇ ਤੇ ਬੋਲੋ ਜੀ। ਮੰਨ ਲਓ ਆਪਾਂ ਇੱਥੇ ਕਿਤੇ ਦੁਕਾਨ ਲਾਉਣੀ ਹੋਵੇ, ਵੀ ਵੇਚਣ ਵਾਲਾ ਕੋਈ ਨਹੀਂ ਹੈਗਾ, ਬੰਦਾ ਇਮਾਨਦਾਰ ਇੰਨਾ ਵੀ ਉੱਥੇ ਲਾਗੇ ਰੇਟ ਲਿਖ ਕੇ ਲਾਇਆ,
तो बंदा पैसे रख आवे तो फ्रूट चक के मान लो मैं सेब इन्ने खाने ने, मैं इन्ने केले लैके जाने ने, इन्नी मैं अंगूर खाने ने, वो तो कीमत लिखी है, मैं पैसे रख जावां तो समान चक के लै जावां। है ईमानदारी खून दे विच? सोच के मैं गल समुचे समाज की कर रहा। साडे लई ते कैमरे लाने पैंदे दुकानां च अगलियां नूं, साडे लई तां कैमरे लाने पैंदे ने। किसी स्टोर दे विच एंटर करन तो लैके बाहर जाण तक, घुम्मण तक कैमरे लाने पैंदे ने। उत्ते लिखना, हार के लिख के मोटे अखरां च लाउणा पैंदा, तुसीं कैमरिਆਂ ਦੀ निगरानी च हो, भी किते चेता ना भुल जाए, तुहानूं गलती ना कर विओ। तो जिहड़ा ये समझे मैं रब दे कैमरे की निगरानी च, वो इस कैमरे वाल वेखूगा। हुण तो चेता नहीं जाना भी इत्थे कैमरा लगा कोई नहीं लगा। तो असीं अंतरजामी पुरख विधाते अज इसे करके बंदा अपसैट है अंदरों, अज इसे करके बंदा अंदरों सुखी नहीं। बैड खरीद लिया महंगा, नींद नहीं आ रही, घर वधिया बना लिया, बेचैन है, क्योंकि पदार्थवादी युग विच बंदे ने प्राप्त सब कुछ कर लिया है पर अंदरों सुकून नहीं है। क्यों? क्योंकि जिहड़ा ज्ञान ने मन बनना सी ना, ज्ञान गुरु कोलों मिलना सी, गुरु कोलों चज्जियां विचारां मिलनियां सी, वो मनुख लैण नूं तैयार ही नहीं होया। तो पातशाह इत्थे कहंदे ने, ऐसा ज्ञान जपो मन मेरे होवो चाकर। वो ज्ञान जिंदगी च लै जिहड़ा तैनूं सच्चा बना सके, तू सच दा अकाल पुरख दा चाकर बन सके। तो उहदा फायदा की होएगा? अंतर वसै ना बाहर जाए। अंतर वसै, जिहड़ा बंदा अपने अंतर आत्मे वसदा है ना, उहदा मन फिर बाहर नहीं भटकदा। याद रखना, सुखी होने वास्ते ना बाहर जाने की लोड़ नहीं, अपने अंदर आने की लोड़ है। बाणी च पता की लिखिया है? सुख तेरे अंदर है, बाहर किते नहीं हैगा। बाणी च बार बार लिखिया, मन रे थिर रहो, मना थिर हो जा, टिक जा, मत कत जाही जियो बाहर ढूंढत। अगे की है जी? बहुत दुख पावें घर अमृत काट माही जियो। तेरे अंदर अमृत भरिया पिया, तू बाहर भजा फिरदा। सुखी होना तो अपने अंदर ध्यान मार। अपने अंदर जिहड़े बच्चे आ ना, वो ज्ञान किताबां चों बाहरों लैंदे आ, पर ज्ञान मुड़ के फुटदा उन्हां दे अंदरों आ। उन्हां दे अंदरों ज्ञान प्रगट हुंदा मुड़ के। जिन्हें भी हुण है तो बंदे का ब्रेन ही है ना, दिमाग च सब कुछ पाई जाना है, दिमाग च पाई जाना। एडा वड्डा खजाना बंदे दे कोल, किड्डा तगड़ा कीमती खजाना मनुख दे कोल, जिन्ना मर्जी वरती जा। सुखी भी अंदरों होना, दुखी भी अंदरों होना है। मन रे थिर रहो, मन थिर है, टिक जा थां ते, मत कत जाही जियो बाहर ढूंढत बहुत दुख पावें। जे तू बाहर लभेगा दुखी होएगा। जिथे चीज़ गवाचदी है लभनी भी उत्थों पैंदी है। हुण चीज़ तुहाडे घर गवाची है, तुसीं रोड ते लभदे फिरो, कोई सियाणा थोड़ा कहेगा सुख ते गवाचा मेरे अंदर आ ते मैं बाहरों लभदा फिरदा भी मैनूं आह सुखी कर दूँ, मैनूं आह सुखी कर दूँ। साडे घर लड़ाई पई आ, आह ठीक कर दूँ। ना ना ना, लड़ाई तुसां पाई है ना, ठीक भी तुहानूं खुद आप करनी पैनी है, दूजा नहीं कर सकदा। आप कई बार डॉक्टर को कहना, डॉक्टर साहब मैनूं ठीक कर दो, डॉक्टर कहता नहीं, मैं मैडिसन दे सकदा, सलाह दे सकदा, ठीक तैनूं अपने आप नूं आप करना पैना। जे मैं ठीक कर सकदा हुंदा तो साडे घर अपने मरीज क्यों हुंदे? डॉक्टर की फैमिली च भी तो मरीज हो सकता ना। कोई कहना ना ना भाई ये भुलेखा तैनूं। आप कई बार टीचर नूं कहने साडे बच्चे नूं पढ़ा दें, टीचर कहना ना 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 मैं नहीं पढ़ाउणा, तुहाडे बच्चे ने पढ़ना है। जे मैं पढ़ाउण की गल आवे तो फिर प्रिंसीपल का बच्चा घट नंबर लैके क्यों पास होवे? उस क्लास विचों एक टीचर का बच्चा घट नंबर लैके पास हो रहा तो उस क्लास विच पीएन का बच्चा टॉप कर रहा है। इसदा मतलब टीचर ने उन्होंने वखरा पढ़ाया सी? नहीं, वो बच्चा पढ़ना चाहता सी, वो पढ़ना नहीं सी चाहता। वो ठीक होना चाहता सी, वो ठीक नहीं सी होना चाहता। इदां ही सिख है। इत्थे सिख ने अपने आप नूं आप चेंज करना। मैं सिक्ख्या खुद लैनी है। जे असीं कहोगे सब कुछ रब ने करना, सब कुछ गुरु ने करना, फिर तो बंदा बरी हो गया ना विचों। फिर तो जिहड़ा बंदा चंगे काम करदा वो कहेगा वेखो रब ने उहदे कोलों चंगे कराते, मैं माड़े करदा मेरे को रब ने माड़े कराते। फिर तो बंदा विचों बरी हो गया। ना ना ना, दद्दे दोष ना देऊँ किसे, दोष कर्मा अपने आ। अगे की जी?
जो मैं किया सो मैं पाया, दोष ना दीजै अवर जन। दोष दूजे दे सिर ते नहीं, जो मैं कीता वो मैनूं मिल गया। जे अज चंगी पढ़ाई की है, चंगा उहदा मिल गया। जे मैं नहीं पढ़िया, जे मैं कोई नहीं चंगा काम किया तो अज मेरे नाल वो नतीजा मेरे सामने आ रहा। हुण पातशाह जी इत्थे कहंदे ने अंतर वसै। फिर जिहड़ा बंदा सच्चा सेवक बन जाता ना, जिहड़ा बंदा सच्चा बनता, फिर अपने अंतरात्मे वसदा, अपने अंतरात्मे अपने अंदर ना गल्लां करदा। अंतर वसै ना बाहर जाए, वो फिर बाहर नहीं भटकदा भी उधर वेख उधर ना ना ना, ना। अमृत छोड़ काहे बेख खाए, वो फिर अमृत को छड़ के जहर क्यों खाऊ। अमृत की भला? अमृत है सत, संतोख, दया, धर्म, धीरज, ये अमृत है। तो जहर किया काम, क्रोध, लोभ, मोह, हंकार। अज दुनिया जहर खा रही है। वैसे बाणी च पता की लिखिया? पंच मनाए पंच रसाए। पंजां नूं मना लो, तो जे सुखी होना चाहते पंजां नूं मना लो, तो पंजां नूं रसा लो। मनाउणा किहनूं किहनूं आ? सत, संतोख, सारे बोलो जी, सत, संतोख, दया, धर्म, धीरज। इन्हां नूं जी आया आखो, वैलकम कहो भी आ जा। ते रसाउणा किहनूं आ? गुस्से किहनूं करना? काम, क्रोध, लोभ, मोह ते इन्हां नूं गुस्से कर लो जे सुखी होना चाहते हो। पर अज हो की रहा भला? अज बंदा काम, क्रोध, लोभ, मोह, हंकार नूं मना के बैठा, तो सत, संतोख, दया, धर्म, धीरज नूं रसा के बैठा। इसे करके अज बंदा अंदरों अपसैट है, दुखी है, डिप्रैशन च है, परेशान है। क्यों? क्योंकि बंदे ने जिन्हों मनाउणा सी उन्होंने रसा के बैठा, जिन्हों रसाउणा सी उन्होंने मना के बैठा। पंच मनाए पंच रसाए। हुण ये कोई बहुत वड्डी गल तो नहीं ना। पातशाह जी ने एक तुक च ही नबेड़ा करता, कहते इनू मना ला तो इनू रसा ला, सुखी हो जाएगा तू। रोज़ अपनी जिंदगी च प्रैक्टिस करनी शुरू कर। सवेर तो लैके शाम तक जोड़ घटाओ कर। शाम नूं सौण लग्गिया बैड ते चेता कर, अज पूरे दिन च किन्ने चंगे काम कीते ने ते किन्ने माड़े कीते ने, किन्नियां बारे चंगा सोचे ते किन्नियां बारे माड़ा सोचे। शाम नूं जोड़ घटाओ कर ला। जे माड़े कामां की गिनती वध गई, चंगियां की घट है, तो हौली हौली गिनती चंगियां की वधाई जा, नींद वधिया आउण लग पैगी तैनूं, बेचैनियां परेशानियां घट जाणगियां तेरियां। ये इंसान दे हिस्से आया है। इसे करके असीं गुरु को होने। होर रब की तारीफ की है, रब की वडियाई की? होर मैं रब की महिमा करनी। असीं सारी दुनिया जुबान एक करके कहीए ना, रब जी तुसीं बहुत वड्डे हो, ये रब ने वड्डे थोड़ा हो जाना, वो तो है ही वड्डा है। तो असीं कहिए रब जी तुसीं बहुत छोटे हो, साडे कहना उन्हें छोटे नहीं हो जाना। क्योंकि जे सब मिल के आखण पाहे, साडे कहना उन्हें वड्डे होना। मैं इत्थे कहना तुहानूं सारिਆਂ ਨੂੰ रब निरवैर है, तुसीं भी कह दो निरवैर है। मैं कहना रब निरभउ है, तुसीं भी कह दो रब निरभउ है। की फर्क पैना? वो तो है ही निरभउ तो निरवैर है। निरभउ तो निरवैर मैं बनना है तो तुसीं बनना है। मैं कहता निरवैर है, तुसीं भी कहता निरवैर है, पर मेरे अंदर वैर है, तुहाडे अंदर वैर है। रब नूं निरवैर कहण दा अर्थ की रह गया जी? बोलो साध संगत जी। गुरु साहब की बाणी दे ये शब्द इन्हां गुणां नूं अपनी जिंदगी चों प्रगट करना है। फलगुण आनंद उपार्जना हर सज्जन प्रगटे आए। अपनी जिंदगी चों गुण रूपी सज्जणा नूं प्रगट करना है। ये मनुखी जिंदगी का पहला काम है। ये है तेरा फर्ज। अंतर वसै ना बाहर जाए, अमृत छोड़ काहे बिख खाए। जिन्हें ऐसा ज्ञान ले लिया ना, वो फिर अमृत छड़ के काहे क्वेश्चन मार के क्यों बिख खाऊ। फिर वो कहना ना भाई हुण नहीं बिख खानी। उन्हें कोई रिश्वत लैके आया एक बंदा, उन्हें अपने बच्चे की स्कूल की कॉलेज की एडमिशन फीस भरनी सी, पैसे घट सी। वो कहता लोन लै लांगा, किसी को हैल्प लै लांगा, हैगा भी उच्चे अहुदे ते सी। कोई रिश्वत लैके आया काम कराउण लई, कहंदा ना ना जहर नहीं खाना। तू कीता किन्ने परसेंट ब्याजी पैसे चक के लैके आया? मैं ये काम नहीं करना, मैं किस्तां ते लै लूँ, मैं लोन लै लूँ। मैं अपने बच्चे नूं एजुकेशन अपनी 10 9 की किरत कमाई विचों देनी है।
मैं उसकी स्कूल की एडमिशन की फीस जी मैं अपनी सैलरी लेना उस चों देनी है, बेईमानी नहीं करनी। वो फिर क्यों यार खाएगा जी, क्यों ठगी मारेगा जी। बेस तुसी जिद्दां दा मकान तैयार करदे हो, जिद्दां तुसी मकान बनाउंदे हो, जे तुसी 5-7 मंजिली बिल्डिंग तैयार करनी है उहदियां नीहां भी उदां ही तुहानूं मजबूत करनियां पैणीਆਂ। जे तुहाडा मकान ही 2 मंजिला है तुसी उस हिसाब नाल उहदी नींह भरोगे। पातशाह कहंदे जे तू अपनी जिंदगी दी उसारी करना चाहुंदा उहदियां नीहां च सच पर नानक राज चलाया सच कोट सथानी नींव दा। गुरु साहब जी ने मनुखता नूं नीहां च सच दा बीज बीजिया, सच्चाई का बीज बीजिया, तां आखिया सी ना किवें सचियारा होई है, किवें कूड़ा टुटे पाल, बंदा सच्चा किवें बने। ऑप्शन है, एक बंदा पैसे मंगण जांदा है, एक अफसर है उहदे कोल लोकी जायज़ नजायज़ काम कराउण लई रिश्वत दिंदे ने, वो कहंदा ना 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 भाई ये काम नहीं करना। हैगे ने दुनिया तो ईमानदारी मरी थोड़ा किते, तुहानूं हर महकमे च बंदे ईमानदार मिल जाणगे, भावें उन्हां दी एवरेज घट है, गिणती घट है। वो इदां कहंदे भाई ना ना लाख रुपया सैलरी है, भावें मेरे घर का खर्चा 70-75 हज़ार रुपया है, मैं गुजारा कर लवांगा, पर मैं जे बच्चे की एडमिशन कराउणी है मैं लोन लै लांगा बैंक के कोलों। तेरे कोलों रिश्वत क्यों लवां बई, क्योंकि मैं हुण ऐसा ज्ञान लै लिया, ऐसा ज्ञान जपो मन मेरे होवो चाकर साचे केरे। मैं वो ज्ञान लै लिया जिहदे करके हुण मैं अमृत छोड़ काहे बिख खाए, मैं क्यों यार खावां बई। किन्ने प्यारे शब्द गुरबाणी च वरते हुए ने, हक पराया नानका उस सुअर उस गाए गुरपीर हामा तां परै। अगे हुण हिंदू वीरां वास्ते गां खाना पाप मन्निया गया उन्होंने धर्म ग्रंथां मुताबक भी गां का मांस खाना पाप है। मुसलमान भरावां वास्ते सूर का मांस खाना पाप मन्निया गया भी ये पाप है। पर बापू जी कहते जे तुसीं दोनों रिश्वत लेंदे हो, वो सूर खा रहा तो तू गां खा रहा है। तो सिख वास्ते भी उही है, जे तू ठगियां मारदा बेईमानियां करदा, तू कहें मैं तो सवेरे उठ के इन्नियां बाणियां पढ़ लेना, शाम नूं भी बाणियां पढ़ लेना, तेरी किरत वेखी जानी है। 30 कर रखे 5 घर साथी हो काजी भरा, ओ मेरे मुसलमान भरा, जे तू 30 रोजे रखदा, 5 नमाज़ां साथी बनाईयां होईयां ने, जे तेरी किरत साफ नहीं, 30 रोजे ते 5 नमाज़ां तेरी शैतानी तो उत्ते पर्दा नहीं पा सकते, ये पर्दा नहीं पा सकते। 30 कर रखे 5 घर साथी नाम शैतान मत घट जाई। तेरे नाना शैतान जुड़िया होया ना भी ये शैतान बड़ा भी ये बेईमानियां रिश्वतां लैंदा, काजी होए रिश्वती वड्डी लैके हक गवाए। इसे करके ना बाणी विचार सुननी हारी सारी बंदे दे वास की गल नहीं। कीर्तन सुनना थोड़ा जिहा सौखा है, गुरुद्वारे ना कीर्तन पाठ ये सुनना सौखा है, क्योंकि उहदे विच तुहानूं समझना नहीं आउणा। उत्थे कीर्तन हो रहा, बस सिर वज रहा, आनंद आ रहा है, उत्थे ना कि दस्सिया जाना भी ठगी मारनी बेईमानी करनी गलत है। विचार सुननी ताइयों औखी है, क्योंकि पसीने सुट जाते हैं सर्दियों में भी, जो बंदे नूं लगदा हाय ये गल तो मेरी हो रही है। बापू ने सीसा विखाया है, ऐना विखाया है कि जे जिंदगी च भार सारे दिन का थकिया, जो शामां नूं शावर लेना, जो शामां नूं आण के नहाउणा है, थकेवा लैंदा ना, नींद वधिया आउंदी है ना, इदां ही सारे दिन का थकिया टुटिया जो बाणी के सरोवर च चुभी मारेगा ना, नींद वधिया आएगी तेनों। मैं कई बार एग्जाम्पल दी है, इत्थे वो कुछ लोग वो ने जिहड़े भुखे ने, उन्होंने नींद नहीं आ रही, तो कईयां रज्जियां नूं भी नहीं आ रही। तुसीं कई अपनी जिंदगी च बंदे वेखे होने, रिक्शे वाले वाल वेखियो कदी, रिक्शे वाला सवारी उडीकदा उडीकदा सौ जाता, कई बारी वो अपने रिक्शे ते अख ला लेंदा, सवारी उडीक रहा सी नहीं आई, कोई धुप्प बड़ी सी गर्मी सी, उत्ते अख ला ली उन्हें। हुण रिक्शा सौण लई नहीं बनिया, उहदी टैक्सी सौण लई थोड़ा, पर उन्हें उह अख ला ली। पर इधर बंदा अपनी एन AC छड्ड के सोहना जिहा उहदे कोल पिल्लो है, सोहणियां जिहियां चादरां ने, बैडशीटां वधिया ने, पूरी तैयारी सौण की करके लम्मा पिया। 1-1:30 बजे फिर अख खुल जाती है, फिर हार के घरदे आंदे भी तू कोई डॉक्टर नूं विखा ला, भी ना तू आप सौना तो ना तू सानू सौण देना। फिर डॉक्टर को जाते हौली हौली, डॉक्टर साहब नींद नहीं आती। लभो कारण किहड़ियां परेशानियां ने ਜਿਹੜੇ ਬੰਦੇ ਦੇ ਅੰਦਰ ਹਲਚਲ ਮਚਾ ਕੇ ਬੈਠੇ ਹੋਏ ਨੇ। ਇਹਨੂੰ ਕਿਹਾ ਤਾਲ ਮਦੀਰੇ ਘਟ ਕੇ ਘਾਟ ਦੌਲਤ ਦੁਨੀਆ ਵਾਝੇ ਵਾਜ। ਬੰਦੇ ਦੇ ਅੰਦਰ ਨਾ ਸੰਕਲਪ ਵਿਕਲਪ ਚੱਲਦੇ ਆ,
ਜਿਹੜੇ ਬੰਦੇ ਨੂੰ ਅੰਦਰੋਂ ਸੌਣ ਨਹੀਂ ਦਿੰਦੇ। ਤੁਸੀਂ ਵੇਖਣਾ ਕਈ ਬੰਦੇ ਤੁਹਾਨੂੰ ਕਿਤੇ ਵੀ ਚਲ ਜਾਓ, ਉਹ ਬੰਦੇ ਬਹਿ ਨਹੀਂ ਸਕਦੇ ਟਿਕ ਕੇ। ਉਹਨਾਂ ਦਾ ਕਸੂਰ ਨਹੀਂ ਹੈਗਾ, ਅੰਦਰ ਉਥਲ ਪੁਥਲ ਚੱਲ ਰਹੀ ਹੈ। ਅੰਦਰ ਬੱਚੇ ਵੀ ਉਹ ਇੰਟੈਲੀਜੈਂਟ ਹੁੰਦੇ ਆ ਜਿਹੜੇ ਕਲਾਸ 'ਚ ਸ਼ਾਂਤ ਚਿੱਤ ਹੋ ਕੇ ਬੈਠ ਕੇ ਪੜ੍ਹਦੇ ਆ, ਐਂ ਟਿਕਾ ਨਾਲ ਬੈਠ ਕੇ ਐਂ ਪੂਰੀ ਗੱਲ ਧਿਆਨ ਨਾਲ ਸੁਣਦੇ ਆ। ਪਾਤਸ਼ਾਹ ਕਹਿੰਦੇ ਜੇ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦਾ, ਤੂੰ ਚਾਹੁੰਦਾ ਕਿ ਤੂੰ ਜ਼ਿੰਦਗੀ ਦੇ ਵਿੱਚ ਕਿੰਨੀ ਉਮਰ ਬਤੀਤ ਕੀਤੀ ਹੈ, ਇਹ ਮੈਟਰ ਨਹੀਂ ਹੈ। ਕਿਵੇਂ ਬਤੀਤ ਕੀਤੀ ਹੈ, ਯਾਦ ਇਹ ਕੀਤਾ ਜਾਣਾ ਹੈ। ਤੂੰ ਕਿੰਨਾ ਕੁਝ ਦੁਨੀਆ 'ਤੇ ਪ੍ਰਾਪਤ ਕੀਤਾ ਹੈ, ਇਹ ਨਹੀਂ ਵੇਖਿਆ ਜਾਣਾ। ਜਦੋਂ ਤੇਰੀ ਲਾਸ਼ ਜਾਣੀ ਹੈ ਨਾ ਡੈੱਡ ਬੋਡੀ ਨੂੰ, ਲੋਕਾਂ ਨੇ ਇਹ ਕਹਿਣਾ ਬੰਦਾ ਕਮਾਲ ਦਾ ਸੀ ਜੀ, ਆਪਣਾ ਵਿਗਾੜ ਕੇ ਵੀ ਦੂਜਿਆਂ ਦਾ ਸਵਾਰਦਾ ਸੀ। ਮਜਾਲ ਹੈ ਕਦੀ ਕਿਸੇ ਦਾ ਹੱਕ ਮਾਰਿਆ ਹੋਵੇ। ਉਹਨਾਂ ਗੱਲਾਂ ਨੇ ਤੈਨੂੰ ਜਿਉਂਦੇ ਰੱਖਣਾ ਹੈ। ਤੂੰ ਥਮਲਿਆਂ 'ਤੇ ਨਾਂ ਲਿਖਾ ਲਾ, ਬਰਤਨਾਂ 'ਤੇ ਨਾਮ ਲਿਖਾ ਲਾ, ਪਾਲਕੀ 'ਤੇ ਨਾਮ ਲਿਖਾ ਲਾ, ਗੋਲਕ 'ਤੇ ਨਾਮ ਲਿਖਾ ਲਾ, ਏਸੀ 'ਤੇ ਨਾਮ ਲਿਖਾ ਲਾ। ਇਹ ਚੀਜ਼ਾਂ ਦੇ ਨਾਸ਼ਵੰਤ ਨੇ, ਅੱਜ ਨਹੀਂ ਤੇ ਕੱਲ੍ਹ ਨੂੰ ਬਦਲ ਜਾਣੀਆਂ। ਜੇ ਦਾਦਿਆਂ ਪੜਦਾਦਿਆਂ ਦੇ ਵੇਲੇ ਦੇ ਬਣੇ ਘਰ ਸਾਨੂੰ ਚੰਗੇ ਨਹੀਂ ਲੱਗੇ, ਤੇ ਸਾਡੇ ਬਣੇ ਘਰ ਆਉਣ ਵਾਲੀ ਪੀੜ੍ਹੀ ਨੂੰ ਕਿੱਦਾਂ ਚੰਗੇ ਲੱਗਣਗੇ ਭਲਾ? ਉਹ ਨਾ ਢਾਉਣਗੇ, ਉਹ ਰੱਖਣਗੇ ਧਿਆਨ ਵੀ ਇੱਥੇ ਨਾਂ ਲਿਖਿਆ ਸਾਡੇ ਪਾਪਾ ਜੀ ਦਾ, ਰੱਖ ਲਓ ਇੰਨਾ ਕੁ। ਉਹਨਾਂ ਨਾਲ ਹੀ ਫੇਰ ਦੇਣੀ। ਹੁਣ ਤਾਂ JCP ਮਸ਼ੀਨਾਂ, ਉਦੋਂ ਪਤਾ ਨਹੀਂ ਕਿਹੜੀਆਂ ਆਉਣੀਆਂ ਗਾ। ਨਾਂ ਰਹਿਣਾ ਜਿਹਨੇ ਚੰਗੇ ਕੰਮ ਕੀਤੇ ਨੇ। ਭਗਤ ਪੂਰਨ ਸਿੰਘ ਦਾ ਨਾਂ ਕਿਸੇ ਥਮਲੇ 'ਤੇ ਨਹੀਂ ਲਿਖਿਆ, ਉਹਨੇ ਮਾਨਵਤਾ ਦੇ ਹਿਰਦੇ 'ਚ ਲਿਖਿਆ। ਭਾਈ ਤਾਰੂ ਸਿੰਘ 25 ਸਾਲ ਦੇ ਸੀ, ਉਹਨੇ ਕਿਸੇ ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ, ਤੁਸੀਂ ਭਾਈ ਮਨੀ ਸਿੰਘ ਦੀ ਗੱਲ ਕਰ ਲਓ। 84 ਤੋਂ ਵੱਧ ਪਰਿਵਾਰ ਦੇ ਜੀਆਂ ਨੇ ਸ਼ਹਾਦਤ ਦਾ ਜਾਮ ਪੀਤਾ। ਕਿਤੇ ਸਿਲ ਲੱਗੀ ਵਿਖਾ ਦਿਓ ਉਹਨਾਂ ਦੇ ਨਾਮ ਦੀ, ਪੱਥਰ ਲੱਗਾ ਵਿਖਾ ਦਿਓ। ਇੱਥੇ ਬੰਦਾ 4 ਥਾਲੀਆਂ ਚੜ੍ਹਾ ਕੇ ਵੀ ਇਕੱਲੇ ਇਕੱਲੇ ਜੀ ਦਾ ਨਾਂ ਲਿਖਾਉਂਦਾ ਉੱਤੇ, ਵੀ ਮੇਰਾ ਨਾਂ ਰਹਿ ਜਾਏ ਦੁਨੀਆ 'ਤੇ। ਨਹੀਂ ਨਾਂ ਰਹਿਣਾ ਥਾਲੀਆਂ 'ਤੇ ਲਿਖਾਉਣ ਨਾਲ। ਕੰਮ ਚੰਗੇ ਕਰਨੇ ਪੈਣੇ ਨੇ। ਪਰਿਵਾਰ ਤੋਂ ਉੱਪਰ ਉੱਠ ਕੇ ਦੂਜਿਆਂ ਬਾਰੇ ਜ਼ਿੰਦਗੀ ਜੂ ਕੇ ਸੋਚ ਕੇ ਵੇਖ। ਤੂੰ ਆਪਣੇ ਬੱਚਿਆਂ ਦੀ ਫੀਸ ਤਾਰਦਾ, ਆਪਣੇ ਬੱਚੇ ਨੇ ਇਹ ਸਲਾਹ ਕਰ, ਇੱਕ ਬੱਚਾ ਲੈ ਲਓ ਕਿਸੇ ਲੋੜਵੰਦ ਪਰਿਵਾਰ ਦਾ, ਉਹਦੀ ਫੀਸ ਤਾਰਨੀ ਹੈ। ਅੱਜ ਲੋਕ ਜਾਗ ਪਏ ਆ, ਘਰ 'ਚ ਪਾਠ ਕਰਾਉਂਦੇ ਜੀ, ਭਾਈ ਸਾਹਿਬ ਜੀ ਰੁਮਾਲਾ ਚੜਾਈਏ ਗੁਰੂ ਗ੍ਰੰਥ ਸਾਹਿਬ ਦੇ ਉੱਤੇ। ਉਹ ਭਲੇ ਰੁਮਾਲੇ ਤਾਂ ਪਹਿਲਾਂ ਹੀ ਬਹੁਤ ਨੇ। ਆਣ ਕੇ ਕਮੇਟੀ ਨਾਲ, ਭਾਈ ਸਾਹਿਬ ਨਾਲ ਸਲਾਹ ਕਰ ਲਓ ਕਿ ਅਸੀਂ ਜਿਹੜਾ ਪੈਸਾ ਰੁਮਾਲੇ 'ਤੇ ਲਾਉਣਾ ਸੀ, ਅਸੀਂ ਕਿਸੇ ਲੋੜਵੰਦ ਪਰਿਵਾਰ ਦੇ ਬੱਚੇ ਦੀ ਫੀਸ ਤਾਰ ਦਈਏ, ਕਿਸੇ ਦੀ ਹੈਲਪ ਕਰ ਦਈਏ। ਤੁਹਾਨੂੰ ਇਹ ਸੇਵਾ ਦਾ ਰੂਪ ਬਦਲਣਾ ਪੈਣਾ ਹੈ। ਕੋਈ ਨਵਾਂ ਕੁਝ ਨਹੀਂ ਕਰਨ ਦੀ ਲੋੜ। ਸਿੱਖ ਕੌਮ ਨੂੰ ਆਪਣੇ ਕੋਲੋਂ ਨਵਾਂ ਪੈਸਾ ਲਾਉਣ ਦੀ ਲੋੜ ਨਹੀਂ। ਜਿਹੜਾ ਲੱਗ ਰਿਹਾ ਉਹਦਾ ਨੱਕਾ ਮੋੜਨ ਦੀ ਲੋੜ ਹੈ। ਨੱਕਾ ਸਮਝਦੇ ਹੋ, ਜਿਵੇਂ ਪਾਣੀ ਨਹੀਂ ਹੁੰਦਾ, ਆਪਾਂ ਕਹਿੰਦੇ ਇੱਧਰ ਕਿੱਲਾ ਭਰ ਗਿਆ, ਹੁਣ ਇੱਧਰ ਨੱਕਾ ਮੋੜ ਦਿਓ, ਪਾਣੀ ਉਹੋ ਹੀ ਰਹਿਣ ਦੇਣਾ। ਜਿਹੜਾ ਆਪ 4 ਬੋਲੀਆਂ ਖੰਡ ਦੀਆਂ ਘੋਲ ਕੇ ਪਿਆਉਂਦਾ ਸੀ, ਉਹਨੂੰ ਕਹਿੰਦਾ ਨਾ ਨਾ ਨਾ, ਲੋਕ ਤਾਂ ਸ਼ੂਗਰ ਨਾਲ ਪਹਿਲੇ ਮਰੇ ਪਏ ਨੇ, ਲਿਆ ਆਪ ਪੈਸਾ ਇਕੱਠਾ ਕਰੀਏ। ਇੱਕ ਬੱਚਾ ਚੁਣ ਲਓ, ਉਹਨੂੰ ਅਫਸਰ ਬਣਾਉਣ ਤੱਕ ਉਹਦੀ ਐਜੂਕੇਸ਼ਨ ਦਾ ਖਰਚਾ ਚੱਕਣਾ ਹੈ। ਕਮ ਸੇ ਕਮ ਬੱਚੇ ਨੂੰ ਯਾਦ ਤਾਂ ਹੋਏਗਾ ਨਾ ਕਿ ਮੈਂ ਕਦੀ ਕਿਸੇ ਨੇ ਮੇਰੀ ਹੈਲਪ ਕੀਤੀ ਸੀ, ਮੈਨੂੰ ਅੱਜ ਇੱਥੋਂ ਤੱਕ ਪਹੁੰਚਾਇਆ ਹੈ। ਸਾਡਾ ਇਸ ਬੰਨੇ ਧਿਆਨ ਹੀ ਹੈ ਨਹੀਂ। ਅਸੀਂ ਲੰਗਰਾਂ 'ਤੇ ਨਗਰ ਕੀਰਤਨ ਨਿਕਲਦਾ ਤੇ 50-50 ਸਟਾਲ ਰੱਜਿਆਂ ਨੂੰ ਰਜਾਈ ਜਾਂਦੇ ਹਾਂ, ਖਵਾਇਆਂ ਨੂੰ ਖਵਾਈ ਜਾਂਦੇ ਹਾਂ, ਆਪੇ ਲੰਗਰ ਲਾਉਣੇ, ਆਪੇ ਖਾ ਲੈਂਦੇ। ਮੈਂ ਸੇਵਾ ਕੀਤੀ ਹਾਂ। ਜਾਂ ਕਰੋਨਾ ਪੀਰੀਅਡ ਵਿੱਚ ਜਦੋਂ ਜ਼ਰੂਰ ਸੀ, ਗੁਰਦੁਆਰਿਆਂ ਨੇ ਲੰਗਰ ਲਾਏ ਨੇ, ਲੋੜ ਸੀ ਨਾ। ਤੇ ਸੱਚ ਹੈ, ਇਹ ਵਿਰਸਾ ਹੈ ਤੁਹਾਡੇ ਕੋਲ ਬਾਬੇ ਨਾਨਕ ਦਾ। ਅਮਰੀਕਾ ਵਰਗੀ ਕੰਟਰੀ 'ਚ ਵੀ ਉੱਥੇ ਗੁਰਦੁਆਰਿਆਂ ਵਿੱਚ ਆਪਣੇ ਪੰਜਾਬੀਆਂ ਨੇ ਕਰੋਨਾ ਵਿੱਚ ਲੰਗਰ ਲਾਏ, ਉੱਥੋਂ ਖਾਣਾ ਬਣ ਕੇ ਲੋਕਾਂ ਦੇ ਘਰਾਂ ਜਾਂਦਾ ਸੀ। ਇਹ ਲੋੜ ਸੀ ਕਿ ਲੋਕਾਂ ਦਾ ਆਰਥਿਕ ਪੱਖ ਕਮਜ਼ੋਰ ਹੋ ਗਿਆ, ਰੋਟੀ ਪੱਖ ਤੋਂ ਪ੍ਰੋਬਲਮ ਆਈ, ਲੋਕਾਂ ਨੂੰ ਹੈਲਪ ਕੀਤੀ। ਬੜੇ ਗੁਰਦੁਆਰਿਆਂ, ਤੁਹਾਡੇ ਵੀ ਇੱਥੇ ਪ੍ਰੋਬਲਮ ਆਈ ਹੋਏਗੀ, ਤੁਸੀਂ ਵੀ ਕੀਤੀ ਹੋਏਗੀ, ਕਿਉਂਕਿ ਇਹ ਸਾਡੇ ਕੋਲ ਸਭ ਜ਼ਰੂਰਤ ਉਦੋਂ ਹੈ ਜਦੋਂ ਕਿਸੇ ਬੰਦੇ ਨੂੰ ਭੁੱਖ ਲੱਗੀ ਹੈ ਤੇ ਉਹਨੂੰ ਕਹ ਲੈ ਖਾ ਰੋਟੀ। ਉਹ ਪਹਿਲਾਂ ਖਾ ਕੇ ਆਇਆ, ਤੁਸੀਂ ਹੱਥ ਜੋੜ ਜੋੜ ਖਵਾਓ, ਇੱਕ ਤੋਕ ਥੋੜ੍ਹਾ ਬਣਦੀ ਹੈ ਕੋਈ, ਉਹ ਤਾਂ ਪਹਿਲੇ ਖਾ ਕੇ ਆਇਆ। ਹੁਣ ਇੱਥੇ ਸ਼ਬਦ ਵਰਤੇ ਤਾਂ ਹੋਏਗਾ ਜਦੋਂ ਮੈਂ ਗੁਰੂ ਕੋਲੋਂ ਸੁਚੱਜਾ ਗਿਆਨ ਲੈ ਕੇ ਜ਼ਿੰਦਗੀ ਜੀਵਾਂਗੇ। ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕਰੇ। ਗਿਆਨ ਧਿਆਨ ਸਭ ਕੋਈ ਰਵੈ। ਜ਼ੁਬਾਨੀ ਕਲਾਮੀ ਤੇ ਗਿਆਨ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਓ। ਮਾਂ ਦੇ ਉੱਤੇ ਗਿਆਨ ਦਾ ਲੈਕਚਰ ਕਰਾ ਲਓ ਬੰਦੇ ਕੋਲੋਂ ਮਾਂ ਦੇ ਉੱਤੇ ਕਵਿਤਾ ਬੁਲਾ ਲਓ। ਇਸਤਰੀ ਦੇ ਸਤਿਕਾਰ 'ਤੇ ਬੰਦੇ ਕੋਲੋਂ ਲੈਕਚਰ ਕਰਾ ਲਓ, ਬੰਦਾ ਕਰ ਦੂ ਤਿਆਰੀ ਕਰਕੇ, ਪਰ ਉਹਦੀ ਘਰ ਵਾਲੀ ਸੰਗਤ 'ਚ ਬੈਠੀ ਹੱਸੂਗੀ। ਇਹ ਜਿਹੜਾ ਲੈਕਚਰ ਕਰ ਰਿਹਾ ਸਤਿਕਾਰ ਦਾ, ਇਸਤਰੀ ਦਾ, ਇਹਨੂੰ ਪੁੱਛ ਕੇ ਵੇਖੋ ਮਾਂ ਦਾ ਸਤਿਕਾਰ ਕਿੰਨਾ ਕਰਦਾ। ਕਿਉਂਕਿ ਗਿਆਨ ਹੈ, ਪਰ ਗਿਆਨ ਵੇਖਿਆ ਜਾਣਾ ਤੂੰ ਆਪਣੇ ਪਰਿਵਾਰ 'ਚ ਕਿੱਦਾਂ ਜ਼ਿੰਦਗੀ ਜਿਉਣਾ ਹੈ। ਤੇਰੀ ਵਾਈਫ, ਤੇਰੇ ਬੱਚੇ, ਤੇਰਾ ਪਰਿਵਾਰ, ਤੇਰਾ ਮਾਂ ਬਾਪ, ਉਹਨਾਂ ਵਿੱਚ ਤੂੰ ਰਹਿੰਦਾ ਕਿੱਦਾਂ ਹੈ। ਗਿਆਨ ਧਿਆਨ ਸਭ ਕੋਈ ਰਵੈ, ਪਰ ਬੰਧਨ ਬੰਧਿਆ ਸਭ ਜਗ ਪਵੇ। ਗਿਆਨ ਧਿਆਨ ਤੇ ਰਵ ਲਿਆ,
पर बंधना च बद्धा होया बंदा भौं रहा है। जबानी कलामी ज्ञान दीयां गल्लां कर लियां, पर बंधना च बज्झा होया, उन्हां बंधना च बज्झा होया ही अपनी जीवन लीला खत्म कर जाता है। सेवा करे सो चाकर होए, जिहड़ा सेवा करता है ज्ञान का सच्चा सेवक बन के वो फिर अपनी जिंदगी च एक थां ते रब नूं नहीं मानदा। वो कहंदा जल थल महियल रव रहया सोए। वो कहता जल थल महियल भाव हर थां ते वो मालिक एक रस व्यापक है। अखीरला बंद है हम नहीं चंगे, सारे बोलो हम नहीं चंगे। ਇਹਦਾ ਕੀ अर्थ है जी? हम ਦਾ अर्थ है हौं, हौमे चंगी चीज़ नहीं आ। हौमे च बंदे नूं दूजा माड़ा दिसदा ते आप चंगा दिसदा है भी मैं चंगा तू माड़ा। हम नहीं चंगे बुरा नहीं कोई। जिदन तेनों यह समझ आ गई भी हौमे चंगी चीज़ नहीं, तेनों फिर दुनिया ते कोई बुरा नज़र भी नहीं आना। तू कहना नहीं ये मेरे नालों चंगा है, मैं इहदे कोलों कुछ सीख सकदा। आओ ये हौं मैं वाली बिरती बाहर कढ़ीए। हौं मैं खतरनाक चीज़ है, ये जिहड़ी बंदे नूं अगे वधण नहीं दिंदी। हम नहीं चंगे बुरा नहीं कोई प्रणवत नानक तारे सोए। गुरु साहब ये बेनती करते ने भाई आओ जे तू तरना चाहुना, बुरियां कामां तो बचना चाहुना तो हौमे वाला सुभाਅ छड्ड के सिੱਖਣ वाली भावना जीवन में लैके आ। सिੱਖ ਦਾ अर्थ ही स्टूडेंट है, सिखियार्थी। असी सिੱਖਣ वास्ते आउणे आ। जिथे असी धन गुरु ग्रंथ साहिब जी का पहला प्रकाश पुरब मना रहे हैं, उत्थे कोशिश करो साड़ी जिंदगी च भी प्रकाश आवे। गुरबाणी इस जग में चानण कर्म वसै मन आए। असी गुरबाणी का चानण अपनी जिंदगी में लिया के जिंदगी नूं खूबसूरत तरीके नाल जीव सकीए। किन्नी बाणी पढ़ते हैं, किन्ना पाठ करते हैं, किन्नी सेवा करते हैं, ये जीवन चों दसना चाहिए कि बंदा किद्दां काम करता है, किद्दां जिंदगी नूं जिउंदा है। रोज़मर्रा की जिंदगी दे विच साडे तब्दीली आवे, रोज़ अपने आप नूं बदलण दी कोशिश करिए। इक्को इंसान ही है जिहड़ा अपने आप नूं आप बदल सकता है, दूजा कोई नहीं बदल सकता। इसे गल ते महाराज ने जोर दिता बंदिया अपने आप नूं बदल, सुखी हो जाएगा, जीवन तेरा खूबसूरत बन जाएगा। सारिਆਂ ਦਾ ਧੰਨਵਾਦ। ਸਮਾਂ समाप्त है। ਰਹਿੰਦੀਆਂ विचारां शाम के दीवान में आप फिर साझियां करांगे। अपनी रजीविਆਂ भरी जिंदगी चों समा कढ़ के जिवें तुसीं हुण आए हो, शाम नूं भी इदां ही आउणा। आपां रल मिल के गुरमत दीयां विचारां, गुरु शब्द दीयां विचारां साझियां करांगे। सारिਆਂ ਦਾ ਧੰਨਵਾਦ, शुकराना मालिक दा जिन्हां दी गोद विच बैठ के आपां सवेर दे दीवान विच बैठ के गुरमत दीयां विचारां दी सांझ पाई है। अदब सत्कार नाल फतेह बुलाओ, बहुत प्यार नाल आखो जी वाहिगुरू जी का खालसा वाहिगुरू जी की फतेह। राम कली महला तीजा।